10वीं क्लास वालिਆਂ ਦਾ ਹੈਗਾ ਕੱਲ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ 30 ਸਤੰਬਰ ਨੂੰ। ਤਾਂ ਇੰਪੋਰਟੈਂਟ ਕੁਐਸਚਨ ਆਨਸਰ ਕਰਾਂਗੇ। 50 ਨੰਬਰ ਦਾ ਤੁਹਾਡਾ ਇਹ ਪੇਪਰ ਆਉਣਾ, 3 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਤਾਂ ਤੁਹਾਡੇ ਪਹਿਲੇ ਚੈप्टर ਦੇ ਅਕੋਰਡਿੰਗ ਠੀਕ ਹੈ ਜੀ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖ ਲਓ। ਤਾਂ ਦੇਖੋ ਦੋਸਤੋ, ਮਲ ਨਿਕਾਸ ਪ੍ਰਬੰਧ ਕੀ ਹੈ? ਤਾਂ ਦੋਸਤੋ ਸਰੀਰ ਵਿੱਚੋਂ ਜਿਹੜੇ ਹੈਗਾ ਫालतू ਅਤੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਹੀ ਦੋਸਤੋ ਮਲ ਨਿਕਾਸ ਪ੍ਰਬੰਧ ਜਿਹੜਾ ਹੈਗਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦੋਸਤੋ ਤੁਹਾਡਾ ਪ੍ਰਸ਼ਨ ਦੇਖ ਲਓ ਕਿ ਸਾਹ ਪ੍ਰਣਾਲੀ ਦੇ ਮੁੱਖ ਅੰਗਾਂ ਦੇ ਨਾਂ ਲਿਖੋ। ਤਾਂ ਦੋਸਤੋ ਨੱਕ, ਗਰਸ਼ਨਿਕਾ ਤੇ ਸਰ ਦੋਸਤੋ ਸੁਰ ਯੰਤਰ ਜਾਂ ਫਿਰ ਕੰਠ, ਟੇਟੂਆ ਜਾਂ ਫਿਰ ਦੋਸਤੋ ਸਵਾਸ ਨਲੀ, ਹਵਾ ਨਾਲੀਆਂ ਜਾਂ ਫਿਰ ਫੇਫੜੇ। ਠੀਕ ਹੈ ਜੀ, ਤੇ ਇਹ ਹਨ। ਪ੍ਰਸ਼ਨ ਚੌਥਾ ਦੇਖੋ ਦੋਸਤੋ, ਕਿਸ ਯੰਤਰ ਨਾਲ ਫੇਫੜਿਆਂ ਦੀ ਸ਼ਕਤੀ ਜਿਹੜੀ ਹੈਗੀ ਹੈ ਮਿਣਤੀ ਕੀਤੀ ਜਾਂਦੀ ਹੈ? ਤੇ ਦੋਸਤੋ ਫੇਫੜਿਆਂ ਦੀ ਸ਼ਕਤੀ ਦੀ ਮਿਣਤੀ ਠੀਕ ਹੈ ਕਿਹਦੇ ਨਾਲ ਕੀਤੀ ਜਾਂਦੀ ਹੈ ਦੋਸਤੋ? ਸਪਾਇਰੋਮੀਟਰ ਜਿਹੜਾ ਹੈਗਾ ਵਾ ਉਹਦੇ ਨਾਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੋਸਤੋ ਪਲਾਜ਼ਮਾ ਕੀ ਹੁੰਦਾ ਹੈ? ਤਾਂ ਦੋਸਤੋ ਪਲਾਜ਼ਮਾ ਪੀਲੇ ਰੰਗ ਦਾ ਜਿਹੜਾ ਹੈਗਾ ਨਮਕੀਨ ਪਦਾਰਥ ਹੈ। ਇਹ ਦੋਸਤੋ ਸਰੀਰ ਨੂੰ ਕੀਟਾਣੂਆਂ ਦੇ ਹਮਲੇ ਤੋਂ ਬਚਾਉਂਦਾ ਹੈ। ਠੀਕ ਹੈ ਜੀ। ਨਬਜ਼ ਕਿਸ ਨੂੰ ਕਹਿੰਦੇ ਹਨ? ਤਾਂ ਦੋਸਤੋ ਦਿਲ ਦੁਆਰਾ ਪੰਪ ਕੀਤੇ ਗਏ ਜਿਹੜੇ ਹੈਗੇ ਲਹੂ ਦੀ ਗਤੀ ਨੂੰ ਜੋ ਦੋਸਤੋ ਲਹੂ ਨਾਲੀਆਂ ਦੀ ਦੀਵਾਰਾਂ ਉੱਤੇ ਮਹਿਸੂਸ ਹੁੰਦੀ ਹੈ ਉਸ ਨੂੰ ਨਬਜ਼ ਆਖਦੇ ਹਨ। ਚੱਕਰ ਕਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਦੋਸਤੋ ਦੇਖੋ ਜਿਹੜੇ ਹੈਗੇ ਰਕਤ ਕਣ 3 ਪ੍ਰਕਾਰ ਦੇ ਹੁੰਦੇ ਹਨ, ਲਾਲ ਲਹੂ ਕਣ, ਚਿੱਟੇ ਲਹੂ ਕਣ ਤੇ ਦੋਸਤੋ ਲਹੂ ਪੱਤੀਆਂ। ਤੇ ਉਸ ਤੋਂ ਬਾਅਦ ਦੋਸਤੋ ਅਗਲਾ ਕੁਐਸਚਨ ਹੈ ਆਪਣਾ ਦੇਖੋ ਕਿ ਇੱਕ ਅਰੋਗ ਵਿਅਕਤੀ ਦੀ ਨਬਜ਼ ਪ੍ਰਤੀ ਮਿੰਟ ਕਿੰਨੀ ਵਾਰ ਚੱਲਦੀ ਹੈ? ਤਾਂ ਦੋਸਤੋ ਇੱਕ ਅਰੋਗ ਵਿਅਕਤੀ ਦੀ ਨਬਜ਼ 70 ਤੋਂ 80 ਵਾਰ ਠੀਕ ਹੈ ਜੀ ਜਿਹੜੀ ਹੈਗੀ ਪ੍ਰਤੀ ਮਿੰਟ ਚੱਲਦੀ ਹੈ। ਲਹੂ ਪੱਤੀਆਂ ਤੋਂ ਦੋਸਤੋ ਦਾ ਕੀ ਕੰਮ ਹੈ? ਤਾਂ ਦੋਸਤੋ ਲਹੂ ਪੱਤੀਆਂ ਦਾ ਮੁੱਖ ਕੰਮ ਸਰੀਰ ਵਿੱਚੋਂ ਜਿਹੜੇ ਹੈਗੇ ਆ ਬਾਹਰ ਨਿਕਲੇ ਲਹੂ ਨੂੰ ਦੋਸਤੋ ਰੋਕਣਾ ਅਤੇ ਜ਼ਖਮਾਂ ਵਿੱਚੋਂ ਵਰਗੇ ਜਿਹੜੇ ਹੈਗੇ ਲਹੂ ਨੂੰ ਦੋਸਤੋ ਜਮਾਉਣ ਤੋਂ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਸਾਹ ਕਿਰਿਆ ਤੋਂ ਕੀ ਭਾਵ ਹੈ? ਤਾਂ ਦੋਸਤੋ ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ, ਸਾਹ ਖਿੱਚਣ ਦੀ ਕਿਰਿਆ ਅਤੇ ਸਾਹ ਬਾਹਰ ਕੱਢਣ ਦੀ ਕਿਰਿਆ। ਮਾਸਪੇਸ਼ੀਆਂ ਦੋਸਤੋ ਕੀ ਹੁੰਦੀਆਂ ਹਨ? ਮਾਸਪੇਸ਼ੀਆਂ ਦੋਸਤੋ ਸੂਤਰ ਸੈੱਲਾਂ ਦਾ ਸੁਮੇਲ ਹਨ। ਹਰ ਇੱਕ ਮਾਸਪੇਸ਼ੀ ਦੀ ਹੱਡੀ ਨਾਲ ਦੋਸਤੋ ਜੁੜੀ ਹੋਣ ਕਰਕੇ ਜਦ ਇਹ ਸੁੰਗੜਦੀ ਹੈ ਤਾਂ ਦੋਸਤੋ ਹੱਡੀਆਂ ਨੂੰ ਵੀ ਦੋਸਤੋ ਖਿੱਚ ਪੈਂਦੀ ਹੈ, ਜਿਸ ਕਾਰਨ ਦੋਸਤੋ ਵੱਖ-ਵੱਖ ਅੰਗਾਂ ਦਾ ਜਿਹੜਾ ਹੈਗਾ ਕੰਮ ਕਰਦੇ ਹਨ। ਅਗਲਾ ਪ੍ਰਸ਼ਨ ਦੋਸਤੋ, ਇੱਕ ਸਿਹਤਮੰਦ ਵਿਅਕਤੀ 1 ਮਿੰਟ ਵਿੱਚ ਕਿੰਨੀ ਵਾਰ ਸਾਹ ਲੈਂਦਾ ਹੈ? ਤਾਂ ਦੋਸਤੋ ਇੱਕ ਸਿਹਤਮੰਦ ਵਿਅਕਤੀ 1 ਮਿੰਟ ਵਿੱਚ 18 ਵਾਰ ਸਾਹ ਲੈਂਦਾ ਹੈ। ਅਗਲਾ ਪ੍ਰਸ਼ਨ ਕਿ ਲਹੂ ਦਾ ਦੋਸਤੋ ਦਬਾਅ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ? ਲਹੂ ਦਾ ਦਬਾਅ ਜਿਹੜਾ ਹੈਗਾ ਆਪਣਾ ਸਫਾਈਗਨੋਮੀਟਰ ਨਾਮਕ ਯੰਤਰ ਨਾਲ ਮਾਪਿਆ ਜਾਂਦਾ ਹੈ। ਠੀਕ ਹੈ ਜੀ। ਤੇ ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਹੈਗਾ ਵਾ ਕਿ ਇੱਛੁਕ ਮਾਸਪੇਸ਼ੀਆਂ ਜਿਹੜੇ ਹੈਗੇ ਪੱਠੇ ਦੇ ਕੀ ਹੁੰਦੇ ਹਨ? ਤਾਂ ਦੋਸਤੋ ਜੋ ਪੱਠੇ ਜਿਹੜੇ ਹੈਗੇ ਵਿਅਕਤੀ ਦੀ ਇੱਛਾ ਅਨੁਸਾਰ ਜਿਹੜੇ ਹੈਗੇ ਕੰਮ ਕਰਦੇ ਹਨ ਠੀਕ ਹੈ ਜੀ, ਤਾਂ ਉਹ ਇੱਛੁਕ ਮਾਸ ਪੱਠੇ ਅਖਵਾਉਂਦੇ ਹਨ। ਠੀਕ ਹੈ। ਅਗਲਾ ਪ੍ਰਸ਼ਨ ਹੈ ਦੋਸਤੋ, ਅਣਇੱਛੁਕ ਮਾਸ ਪੱਠੇ ਕੀ ਹੁੰਦੇ ਹਨ? ਤਾਂ ਦੋਸਤੋ ਅਣਇੱਛੁਕ ਮਾਸ ਪੱਠੇ ਠੀਕ ਹੈ ਜੀ ਉਹ ਵਿਅਕਤੀ ਦੇ ਦੋਸਤੋ ਜਿਹੜੇ ਹੈਗੇ ਆ ਬਸ ਵਿੱਚ ਨਹੀਂ ਹੁੰਦੇ ਅਤੇ ਉਹ ਵਿਅਕਤੀ ਦੀ ਇੱਛਾ ਤੋਂ ਬਗੈਰ ਹੀ ਕੰਮ ਕਰਦੇ ਹਨ। ਤੇ ਲਾਲ ਲਹੂ ਕਣਾਂ ਦੀ ਉਮਰ ਕਿੰਨੀ ਹੁੰਦੀ ਹੈ? ਤਾਂ ਦੋਸਤੋ ਲਾਲ ਲਹੂ ਕਣਾਂ ਦੀ ਉਮਰ ਠੀਕ ਹੈ ਜੀ ਜਿਹੜੀ ਹੈਗੀ 15 ਦਿਨ ਦੀ ਹੁੰਦੀ ਹੈ। ਠੀਕ ਹੈ। ਉਸ ਤੋਂ ਬਾਅਦ ਸਰੀਰਕ ਥਕਾਵਟ ਕਿਵੇਂ ਦੂਰ ਕੀਤੀ ਜਾ ਸਕਦੀ ਹੈ? ਤਾਂ ਦੋਸਤੋ ਸਰੀਰਕ ਥਕਾਵਟ ਨੀਂਦ, ਆਰਾਮ ਅਤੇ ਮਨੋਰੰਜਨ ਤੇ ਕਸਰਤ ਨਾਲ ਦੂਰ ਕੀਤੀ ਜਾ ਸਕਦੀ ਹੈ। ਅਗਲਾ ਦੋਸਤੋ, ਮਾਨਸਿਕ ਥਕਾਵਟ ਕਿਵੇਂ ਦੂਰ ਕੀਤੀ ਜਾ ਸਕਦੀ ਹੈ? ਤਾਂ ਦੋਸਤੋ ਮਾਨਸਿਕ ਥਕਾਵਟ ਨੀਂਦ, ਮਨੋਰੰਜਨ, ਕਸਰਤ ਨਾਲ ਦੂਰ ਕੀਤੀ ਜਾ ਸਕਦੀ ਹੈ। ਸਾਹ ਕਿਰਿਆ ਦਾ ਦੋਸਤੋ ਸਭ ਤੋਂ ਮਹੱਤਵਪੂਰਨ ਅੰਗ ਕਿਹੜਾ ਹੈ? ਤਾਂ ਦੋਸਤੋ ਸਾਹ ਕਿਰਿਆ ਦਾ ਸਭ ਤੋਂ ਮਹੱਤਵਪੂਰਨ ਅੰਗ ਫੇਫੜੇ ਹਨ। ਅਸੀਂ ਦੋਸਤੋ ਸਾਹ ਨਾਲ ਕਿਹੜੀ ਗੈਸ ਜਿਹੜੀ ਹੈਗੀ ਆਪਣੇ ਸਰੀਰ ਵਿੱਚ ਅੰਦਰ ਲਿਜਾਂਦੇ ਹਾਂ? ਤਾਂ ਦੋਸਤੋ ਅਸੀਂ ਸਾਹ ਨਾਲ ਆਕਸੀਜਨ ਗੈਸ ਆਪਣੇ ਅੰਦਰ ਸਰੀਰ ਅੰਦਰ ਲਿਜਾਂਦੇ ਹਾਂ। ਤੇ ਦੋਸਤੋ ਛੱਡਦੇ ਕਿਹੜੀ ਗੈਸ ਆਪਾਂ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ। ਚਲੋ ਆਕਸੀਜਨ ਤਾਂ ਅਸੀਂ ਆਪਾਂ ਲੈ ਲੈਂਦੇ ਆਪਣੇ ਸਰੀਰ ਦੇ ਅੰਦਰ, ਬਟ ਅਸੀਂ ਜਿਹੜਾ ਹੈਗਾ ਸਾਹ ਛੱਡਦੇ ਆ ਉਹ ਕਿਹੜੀ ਗੈਸ ਹੁੰਦੀ ਹੈ। ਠੀਕ ਹੈ ਜੀ। ਤਾਂ ਦੋਸਤੋ ਇਹ ਤੁਸੀਂ ਦੱਸਣਾ ਵਾ। ਠੀਕ ਹੈ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜੇ ਨਹੀਂ ਪਤਾ ਤਾਂ ਪਤਾ ਕਰੋ ਜਾਂ ਗੂਗਲ ਕਰੋ, ਜਿਵੇਂ ਮਰਜ਼ੀ ਕਰੋ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਅਗਲਾ ਪ੍ਰਸ਼ਨ ਦੋਸਤੋ, ਅਸੀਂ ਸਾਹ ਛੱਡਣ ਨਾਲ ਕਿਹੜੀ ਗੈਸ ਦਾ ਸਰੀਰ ਵਿੱਚੋਂ ਨਿਕਾਸ ਕਰਦੇ ਹਾਂ? ਤਾਂ ਅਸੀਂ ਸਾਹ ਛੱਡਣ ਨਾਲ ਦੋਸਤੋ ਕਾਰਬਨ ਡਾਈਆਕਸਾਈਡ ਗੈਸ ਦਾ ਹੈਗਾ ਜਿਹੜਾ ਸਰੀਰ ਵਿੱਚੋਂ ਨਿਕਾਸ ਕਰਦੇ ਹਾਂ। ਤਾਂ ਦੋਸਤੋ ਆਹ ਦੇਖ ਲਓ, ਆਹੀ ਆਨਸਰ ਠੀਕ ਹੈ ਜੀ, ਕਾਰਬਨ ਡਾਈਆਕਸਾਈਡ ਹੀ ਛੱਡਦੇ ਹਾਂ। ਤਾਂ ਦੋਸਤੋ ਕਿਹਨਾਂ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਪਤਾ ਸੀਗਾ ਕਿ ਕਾਰਬਨ ਡਾਈਆਕਸਾਈਡ ਹੀ ਆਪਾਂ ਛੱਡਦੇ ਹਾਂ? ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੇ ਅਗਲਾ ਪ੍ਰਸ਼ਨ ਹੈਗਾ ਦੋਸਤੋ ਕਿ ਸਾਨੂੰ ਸਾਹ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ? ਤਾਂ ਦੋਸਤੋ ਸਾਨੂੰ ਸਾਹ ਨੱਕ ਦੁਆਰਾ ਲੈਣਾ ਚਾਹੀਦਾ ਹੈ। ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਦੋਸਤੋ ਕੀ ਕਿਹਾ ਜਾਂਦਾ ਹੈ? ਤਾਂ ਦੋਸਤੋ ਸਾਹ ਕਿਰਿਆ ਕਿਹਾ ਜਾਂਦਾ ਹੈ। ਇੱਕ ਦੋਸਤੋ ਸਧਾਰਨ ਅਰੋਗ ਵਿਅਕਤੀ 1 ਮਿੰਟ ਵਿੱਚ ਕਿੰਨੀ ਵਾਰ ਸਾਹ ਲੈਂਦਾ ਹੈ? ਤਾਂ ਦੋਸਤੋ 18 ਵਾਰ। ਨਵਾਂ ਜੰਮਿਆ ਬੱਚਾ ਦੋਸਤੋ ਪ੍ਰਤੀ ਮਿੰਟ ਵਿੱਚ ਸਾਹ ਲੈਂਦਾ ਹੈ ਦੋਸਤੋ 40 ਵਾਰ। ਫੇਫੜਿਆਂ ਵਿੱਚ ਦੋਸਤੋ ਕਿਹੜੀ ਚੀਜ਼ ਦੀ ਅਦਲਾ ਬਦਲੀ ਹੁੰਦੀ ਹੈ? ਤਾਂ ਦੋਸਤੋ ਗੈਸਾਂ ਦੀ। ਤੇ ਆਮ ਸਥਿਤੀ ਵਿੱਚ ਦੋਸਤੋ ਅਸੀਂ ਕਿੰਨੀ ਹਵਾ ਅੰਦਰ ਲੈ ਜਾਂਦੇ ਹਾਂ? ਤਾਂ ਦੋਸਤੋ 500 ਸੀਸੀ ਦੇ ਬਰਾਬਰ। ਦੋਸਤੋ ਆਮ ਸਥਿਤੀ ਵਿੱਚ ਅਸੀਂ ਕਿੰਨੀ ਹਵਾ ਬਾਹਰ ਕੱਢਦੇ ਹਾਂ? ਤਾਂ ਦੋਸਤੋ ਲਗਭਗ 15 ਸੀਸੀ ਦੇ ਲਗਭਗ। ਠੀਕ ਹੈ ਜੀ। ਤੇ ਫੇਫੜਿਆਂ ਦੀ ਸਮਰੱਥਾ ਦੀ ਦੋਸਤੋ ਸਿਫਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਤਾਂ ਦੋਸਤੋ ਸਪਾਇਰੋਮੀਟਰ ਨਾਲ। ਮਨੁੱਖੀ ਸਰੀਰ ਵਿੱਚ ਦੋਸਤੋ ਉਸਦੇ ਕਿੰਨੇ ਭਾਰ ਦੇ ਭਾਗ ਬਰਾਬਰ ਲਹੂ ਹੁੰਦਾ ਹੈ? ਤਾਂ ਦੋਸਤੋ ਉਹ ਹੁੰਦਾ ਹੈ, ਦੇਖ ਸਕਦੇ ਹੋ ਦੋਸਤੋ, ਹਾਂਜੀ 1/12 ਜਾਂ ਫਿਰ 1/13
ਜਿਹੜਾ ਹੈਗਾ ਭਾਗ ਦੇ ਬਰਾਬਰ ਹੁੰਦਾ ਹੈ, 1/13 ਜਾਂ 1/12। ਠੀਕ ਹੈ ਜੀ। ਤਾਂ ਦੋਸਤੋ ਪਲਾਜ਼ਮਾ ਦਾ ਕਿਹੜਾ ਰੰਗ ਹੁੰਦਾ ਹੈ? ਪੀਲਾ। ਲਹੂ ਵਿੱਚ ਦੋਸਤੋ ਪਾਣੀ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ? 91%। ਲਹੂ ਵਿੱਚ ਦੋਸਤੋ ਪ੍ਰੋਟੀਨ ਦੀ ਜਿਹੜੀ ਹੈਗੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ? ਤਾਂ ਦੋਸਤੋ 8%। ਲਹੂ ਵਿੱਚ ਦੋਸਤੋ ਪਲਾਜ਼ਮਾ ਦੀ ਪ੍ਰਤੀਸ਼ਤਤਾ 1%। ਪਲਾਜ਼ਮਾ ਦਾ ਦੋਸਤੋ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ? ਤਾਂ ਦੋਸਤੋ ਨਮਕੀਨ ਹੁੰਦਾ ਹੈ। ਪਲਾਜ਼ਮਾ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਪ੍ਰਤੀਕਿਰਿਆ ਰੱਖਦਾ ਹੈ? ਤਾਂ ਦੋਸਤੋ ਅਮਲ ਵਾਲੀ। ਤੇ ਉਸ ਤੋਂ ਬਾਅਦ ਹੈ ਦੋਸਤੋ ਪਲਾਜ਼ਮਾ ਮਨੁੱਖ ਵਿੱਚ ਉਸ ਦੇ ਕਿੰਨੇ ਭਾਰ ਦੇ ਬਰਾਬਰ ਹੁੰਦਾ ਹੈ? ਤਾਂ ਦੋਸਤੋ 1/20 ਜਾਂ ਫਿਰ 1/25 ਦੇ ਬਰਾਬਰ ਹੁੰਦਾ ਹੈ। ਲਾਲ ਜਿਹੜੇ ਹੈਗੇ ਕਣਾਂ ਦੀ ਆਯੂ ਕਿੰਨੀ ਹੁੰਦੀ ਹੈ? ਤਾਂ ਦੋਸਤੋ 115 ਦਿਨ ਉਹਨਾਂ ਦੀ ਕਣੀ ਜਿਹੜੀ ਹੈਗੀ ਆ 115 ਦਿਨ ਦੀ ਜਿਹੜੀ ਆਯੂ ਹੁੰਦੀ ਆ ਲਾਲ ਕਣਾਂ ਦੀ। ਤੇ ਉਸ ਤੋਂ ਬਾਅਦ ਸਰੀਰ ਨੂੰ ਦੋਸਤੋ ਰੋਗਾਂ ਦੇ ਹਮਲੇ ਤੋਂ ਕਿਵੇਂ ਕੌਣ ਬਚਾਉਂਦੇ ਹਨ? ਤਾਂ ਦੋਸਤੋ ਚਿੱਟੇ ਕਣ। ਉਸ ਤੋਂ ਬਾਅਦ ਹੁਣ ਦੋਸਤੋ ਤੁਹਾਡੇ ਹੈਗੇ ਆ ਦੇਖ ਸਕਦੇ ਹੋ ਕਿ ਲਹੂ ਪੱਤੀਆਂ ਵਿਚਲੇ ਪਦਾਰਥ ਦਾ ਦੋਸਤੋ ਕੀ ਕੰਮ ਹੈ? ਤਾਂ ਲਹੂ ਜੰਮਣਾ। ਲਹੂ ਦੇ ਦਬਾਅ ਨੂੰ ਦੋਸਤੋ ਮਿਣਨ ਵਾਲਾ ਯੰਤਰ ਕਿਹੜਾ ਹੈ? ਤਾਂ ਦੋਸਤੋ ਸਫਾਈਨੋ ਜਿਹੜਾ ਹੈ ਆਪਣਾ ਸਫਾਈਨੋਮੀਟਰ। ਠੀਕ ਹੈ ਜੀ। ਇੱਕ ਜਿਹੜਾ ਹੈਗਾ ਅਰੋਗ ਵਿਅਕਤੀ ਵਿੱਚ ਨਬਜ਼ ਪ੍ਰਤੀ ਮਿੰਟ ਕਿੰਨੀ ਵਾਰ ਚੱਲਦੀ ਹੈ? ਤਾਂ ਦੋਸਤੋ 70 ਤੋਂ 80 ਵਾਰ। ਲਹੂ ਦੇ ਦੋਸਤੋ ਗੇੜ ਦਾ ਮੁੱਖ ਅੰਗ ਕਿਹੜਾ ਹੈ? ਤਾਂ ਦੋਸਤੋ ਦਿਲ। ਦਿਲ ਮਨੁੱਖ ਦੀ ਛਾਤੀ ਦੇ ਕਿਸ ਪਾਸੇ ਹੁੰਦਾ ਹੈ? ਤਾਂ ਦੋਸਤੋ ਖੱਬੇ ਪਾਸੇ ਦਿਲ ਹੁੰਦਾ ਹੈ। ਤੇ ਦੋਸਤੋ ਲਹੂ ਕਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਤਾਂ ਦੋਸਤੋ 3 ਕਿਸਮਾਂ ਹੁੰਦੀਆਂ ਹਨ। ਕਸਰਤ ਕਰਨ ਅਤੇ ਦੌੜ ਸਮੇਂ ਦੋਸਤੋ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਕਿੰਨੀ ਹੋ ਜਾਂਦੀ ਹੈ? ਤਾਂ ਦੋਸਤੋ 35,000 ਕਣ ਮਿਲੀਲੀਟਰ ਤੱਕ ਜਿਹੜੀ ਹੋ ਜਾਂਦੀ ਹੈ। ਆਮ ਕਸਰਤ ਦੋਸਤੋ ਕਰਨ ਵਾਲੇ ਵਿਅਕਤੀ ਵਿੱਚ ਆਕਸੀਜਨ ਦੀ ਜਿਹੜੀ ਹੈਗੀ ਆ ਦੋਸਤੋ ਮਿਕਦਾਰ ਦੋਸਤੋ ਕਿੰਨੀ ਹੁੰਦੀ ਹੈ? ਦੋਸਤੋ 5,000 ਤੋਂ 8,000 ਕਣ ਮਿਲੀਲੀਟਰ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਮਨੁੱਖ ਦੇ ਸਰੀਰ ਵਿੱਚ ਜਿਹੜਾ ਹੈਗਾ ਗੁਰਦੇ ਗਿਣਤੀ ਵਿੱਚ ਕਿੰਨੇ ਹੁੰਦੇ ਹਨ? ਤਾਂ ਦੋਸਤੋ 2 ਹੁੰਦੇ ਹਨ ਗੁਰਦੇ। ਤੇ ਉਸ ਤੋਂ ਬਾਅਦ ਹੁਣ ਦੋਸਤੋ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਥਕਾਵਟ ਤੋਂ ਕੀ ਭਾਵ ਹੈ? ਜ਼ਿਆਦਾ ਦੇਰ ਤੱਕ ਦੋਸਤੋ ਕੰਮ ਕਰਨ ਨਾਲ ਜਿਹੜੀ ਹੈਗੀ ਆ ਪੱਠਿਆਂ ਵਿਚਲੀ ਜਿਹੜੀ ਹੈਗੀ ਆ ਸ਼ਕਤੀ ਦਾ ਦੋਸਤੋ ਘਟ ਜਾਣਾ ਥਕਾਵਟ ਖਵਾਉਂਦਾ ਹੈ। ਗੁਰਦੇ ਦੂਸਰਾ ਪ੍ਰਸ਼ਨ ਦੋਸਤੋ ਗੁਰਦੇ ਪੇਟ ਦੇ ਪਿਛਲੇ ਪਾਸੇ ਸਥਿਤ ਹੁੰਦੇ ਹਨ। ਇਹ ਗਿਣਤੀ ਵਿੱਚ 2 ਹੁੰਦੇ ਹਨ। ਠੀਕ ਹੈ ਜੀ। ਤੇ ਇਹਨਾਂ ਦਾ ਦੋਸਤੋ ਆਕਾਰ ਜਿਹੜਾ ਹੈਗਾ ਸੇਮ ਦੇ ਬੀਜ ਵਾਂਗ ਹੁੰਦਾ ਹੈ। ਠੀਕ ਹੈ ਜੀ। ਤੇ ਦੋਸਤੋ ਕੰਮ ਦੇਖੋ ਕੀ ਹੈ? ਬੁਲੰਦੇ ਪਦਾਰਥ ਦਾ ਨਿਕਾਸ ਯਾਨੀ ਕਿ ਦੋਸਤੋ ਗੁਰਦੇ ਮੂਤਰ ਨਾਲ ਰਾਹੀਂ ਦੋਸਤੋ ਸਰੀਰ ਵਿੱਚੋਂ ਪਿਸ਼ਾਬ ਬਾਹਰ ਕੱਢਣ ਵਿੱਚ ਸਹਾਇਤਾ ਕਰਦੇ ਹਨ। ਅਤੇ ਇਹਨਾਂ ਦਾ ਦੋਸਤੋ ਇਹਨਾਂ ਰਾਹੀਂ ਦੋਸਤੋ ਯੂਰੀਆ, ਯੂਰਿਕ ਐਸਿਡ, ਖਣਿਜ ਲੂਣ ਪਿਸ਼ਾਬ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਆਉਂਦੇ ਹਨ। ਠੀਕ ਹੈ ਜੀ। ਤੇ ਦੇਖੋ ਦੋਸਤੋ ਸਰੀਰ ਵਿੱਚ ਜਿਹੜਾ ਹੈਗਾ ਐਸਿਡ ਤੇ ਖਾਰ ਦੀ ਮਾਤਰਾ ਵਿੱਚ ਦੋਸਤੋ ਸਮਾਨਤਾ ਰੱਖਣ ਗੁਰਦੇ ਲਹੂ ਵਿੱਚ ਦਾ ਹੈਗਾ ਪਾਣੀ ਦੀ ਜਿਹੜਾ ਹੈਗਾ ਦੋਸਤੋ ਮਿਕਦਾਰ ਨੂੰ ਦੋਸਤੋ ਇਕਸਾਰ ਰੱਖਦੇ ਹਨ, ਜਿਸ ਦੇ ਦੋਸਤੋ ਫਲਸਰੂਪ ਸਰੀਰ ਵਿੱਚ ਦੋਸਤੋ ਐਸਿਡ ਤੇ ਜਿਹੜੀ ਹੈਗੀ ਖਾਰ ਦੀ ਜਿਹੜੀ ਮਾਤਰਾ ਵਿੱਚ ਦੋਸਤੋ ਸਮਾਨਤਾ ਰਹਿੰਦੀ ਹੈ। ਤੇ ਉਸ ਤੋਂ ਬਾਅਦ ਹੈ ਦੋਸਤੋ ਆਪਣਾ ਦਿਲ ਯਾਨੀ ਕਿ ਹਾਰਟ। ਤਾਂ ਦੋਸਤੋ ਇਹ ਲਹੂ ਦੇ ਜਿਹੜਾ ਹੈਗਾ ਵਾ ਗੇੜ ਦਾ ਦੋਸਤੋ ਮੁੱਖ ਅੰਗ ਹੈ, ਜੋ ਮਨੁੱਖ ਦੀ ਦੋਸਤੋ ਛਾਤੀ ਦੇ ਖੱਬੇ ਪਾਸੇ ਹੁੰਦਾ ਹੈ। ਬੰਦ ਮੁੱਠੀ ਆਕਾਰ ਦਾ ਦੋਸਤੋ ਇਹ ਅੰਗ ਲੰਬਾਈ ਦੇ ਪੱਖੋਂ ਦੋਸਤੋ 2 ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਇੱਕ ਹਿੱਸਾ ਦੋਸਤੋ ਫਿਰ ਅੱਗੋਂ ਦੋਸਤੋ 2 ਤਾਂ ਜਿਹੜਾ ਹੈਗਾ ਭਾਗਾਂ ਵਿੱਚ ਉੱਪਰਲਾ ਅਤੇ ਹੇਠਲਾ ਵਿੱਚ ਵੰਡਿਆ ਹੁੰਦਾ ਹੈ। ਦੋਸਤੋ ਉੱਪਰਲੇ ਭਾਗ ਨੂੰ ਜਿਹੜਾ ਹੈਗਾ ਆਰੀਕਲ ਤੇ ਹੇਠਲੇ ਭਾਗ ਨੂੰ ਦੋਸਤੋ ਹੈਗਾ ਜਿਹੜਾ ਹੈਗਾ ਵੈਂਟਰੀਕਲ ਆਖਦੇ ਹਨ। ਦੋਸਤੋ ਸਰੀਰ ਵਿੱਚ ਦੋਸਤੋ ਅਸ਼ੁੱਧ ਲਹੂ ਵੱਖ-ਵੱਖ ਅੰਗਾਂ ਤੇ ਦੋਸਤੋ ਜਿਹੜਾ ਹੈਗਾ ਆਪਣਾ ਸ਼ਰਾਬਾ ਰਾਹੀਂ ਦੋਸਤੋ ਦਿਲ ਦੇ ਸੱਜੇ ਪਾਸੇ ਆਰੀਕਲ ਦੇ ਵਿੱਚ ਦੋਸਤੋ ਜਿਹੜਾ ਹੈਗਾ ਆਪੜਦਾ ਹੈ। ਠੀਕ ਹੈ ਜੀ। ਅਤੇ ਉੱਪਰੋਂ ਦੋਸਤੋ 3 ਨੋਕਰੇ ਵਾਲਣ ਜਿਹੜਾ ਆਪਣਾ ਦੋਸਤੋ ਟਰੀ ਕੁਸਪਿਡ ਵੈਲਿਬ ਰਾਹੀਂ ਦੋਸਤੋ ਜਿਹੜਾ ਹੈਗਾ ਵਾ ਉਹ ਆਪਣਾ ਵੈਂਟਰੀਕਲ ਵਿੱਚ ਦੋਸਤੋ ਆਪੜਦਾ ਹੈ। ਇੱਥੋਂ ਇਹ ਦੋਸਤੋ ਉੱਪਰ ਵਾਪਸ ਨਹੀਂ ਜਾ ਸਕਦਾ ਅਤੇ ਦੋਸਤੋ ਫਿਰ ਇਹ ਸੱਜੇ ਵਰਟੀਕਲ ਤੋਂ ਲਹੂ ਹੁੰਦਾ ਹੈ। ਠੀਕ ਹੈ ਜੀ। ਤਾਂ ਹੁਣ ਦੋਸਤੋ ਤੁਹਾਡਾ ਦੇਖਦੇ ਹਾਂ ਕਿ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਦੋਸਤੋ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਸਾਹ ਪ੍ਰਣਾਲੀ ਦੇ ਦੋਸਤੋ ਜਿਹੜੇ ਹੈਗੇ ਆ ਅੰਗਾਂ ਦੇ ਨਾਂ ਲਿਖੋ ਤੇ ਸਾਹ ਪ੍ਰਣਾਲੀ ਉੱਤੇ ਕਸਰਤ ਜਿਹੜੇ ਹੈਗੇ ਆ ਦੇ ਪ੍ਰਭਾਵ ਲਿਖੋ। ਤਾਂ ਦੋਸਤੋ ਸਾਹ ਪ੍ਰਣਾਲੀ ਦੇ ਜਿਹੜੇ ਹੈਗੇ ਅੰਗ ਸਾਹ ਕਿਰਿਆ ਦੋਸਤੋ ਜਿਹੜੀ ਹੈਗੀ ਆ ਵੱਖ-ਵੱਖ ਅੰਗ ਇਸ ਤਰ੍ਹਾਂ ਹਨ। ਤੇ ਦੇਖੋ ਨੱਕ ਤੇ ਆਪਣਾ ਦੋਸਤੋ ਗਰਸਨਿਕ ਸਰ ਯੰਤਰ। ਠੀਕ ਹੈ ਜੀ। ਤੇ ਆਪਣਾ ਟੇਟੂਆ ਜਾਂ ਫਿਰ ਕੰਠ ਦੋਸਤੋ ਹਵਾ ਨਾਲੀਆਂ ਤੇ ਫੇਫੜੇ। ਠੀਕ ਹੈ ਜੀ। ਸਾਹ ਪ੍ਰਣਾਲੀ ਉੱਤੇ ਦੋਸਤੋ ਜਿਹੜੇ ਕਸਰਤ ਦੇ ਪ੍ਰਭਾਵ ਕਰਨ ਦਾ ਦੋਸਤੋ ਜਿਹੜੀ ਹੈਗੀ ਸਾਹ ਪ੍ਰਣਾਲੀ ਉੱਤੇ ਕਾਫੀ ਅਸਰ ਪੈਂਦਾ ਹੈ। ਠੀਕ ਹੈ ਜੀ। ਸਾਹ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ ਕਰਨ ਦਾ ਦੋਸਤੋ ਜਿਹੜਾ ਹੈਗਾ ਸਾਹ ਪ੍ਰਣਾਲੀ ਉੱਤੇ ਕਾਫੀ ਅਸਰ ਪੈਂਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਤੁਹਾਡਾ ਹੈਗਾ ਕਿ ਕਸਰਤ ਕਾਰਨ ਦੋਸਤੋ ਕੀ ਹੁੰਦਾ ਕਿ ਹਵਾ ਜਿਹੜਾ ਹੈਗਾ ਹਵਾ ਵਿੱਚ ਦੋਸਤੋ ਹਿਲਜੁਲ ਹੁੰਦੀ ਹੈ। ਠੀਕ ਹੈ ਜੀ। ਜਿਸ ਕਾਰਨ ਦੋਸਤੋ ਸਰੀਰ ਵਿੱਚੋਂ ਜ਼ਹਿਰੀਲੀ ਪਦਾਰਥ ਪਸੀਨਾ, ਮਲ ਤਿਆਗ ਅਤੇ ਪਿਸ਼ਾਬ ਰਾਹੀਂ ਦੋਸਤੋ ਬਾਹਰ ਨਿਕਲਦੇ ਹਨ। ਇਸ ਨਿਕਾਸ ਦੇ ਫਲਸਰੂਪ ਦੋਸਤੋ ਜਿਹੜਾ ਹੈਗਾ ਸਰੀਰ ਵਿੱਚ ਦੋਸਤੋ ਜ਼ਹਿਰੀਲੇ ਕੀਟਾਣੂ ਇਕੱਠੇ ਨਹੀਂ ਹੋ ਸਕਦੇ ਅਤੇ ਸਰੀਰ ਰੋਗ ਰਹਿਤ ਹੋ ਜਾਂਦਾ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣਾ ਹੈਗਾ ਦੋਸਤੋ ਕਿ ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚ ਜਿਹੜਾ ਹੈਗਾ ਲਹੂ ਵੱਧ ਮਾਤਰਾ ਵਿੱਚ ਜਿਹੜਾ ਹੈਗਾ ਸਾਫ਼ ਹੁੰਦਾ ਹੈ। ਇਹ ਸਰੀਰ ਦੇ ਦੋਸਤੋ ਵੱਖ-ਵੱਖ ਮਹਿਲਾਂ ਵਿੱਚ ਦੋਸਤੋ ਸਾਹ ਰਾਹੀਂ ਦੋਸਤੋ ਜਿਹੜਾ ਹੈਗਾ ਵਾ ਉਸ ਦੀ ਮਾਤਰਾ ਵਿੱਚ ਦੋਸਤੋ ਜ਼ਿਆਦਾ ਪਹੁੰਚਾਈ ਜਾਂਦੀ ਹੈ। ਠੀਕ ਹੈ ਜੀ।
ਤੇ ਉਸ ਤੋਂ ਬਾਅਦ ਹੁਣ ਹੈਗਾ ਦੋਸਤੋ ਕਸਰਤ ਕਰਨ ਨਾਲ ਸਰੀਰ ਦੇ ਦੋਸਤੋ ਵੱਖ-ਵੱਖ ਜਿਹੜੇ ਹੈਗੇ ਆ ਸੈੱਲਾਂ ਵਿੱਚ ਦੋਸਤੋ ਆਕਸੀਜਨ ਦੀ ਮਾਤਰਾ ਜਿਹੜੀ ਹੈਗੀ ਜ਼ਿਆਦਾ ਰਲਦੀ ਹੈ ਤੇ ਇਹ ਦੋਸਤੋ ਸੈੱਲਾਂ ਵਿੱਚ ਗੈਸਾਂ ਦਾ ਦੋਸਤੋ ਅਦਲਾ ਬਦਲੀ ਦੇ ਪੌਸ਼ਟਿਕ ਖੁਰਾਕ ਜ਼ਿਆਦਾ ਮਿਲਦੀ ਹੈ। ਉਸ ਦੇ ਸਿੱਟੇ ਵਜੋਂ ਦੋਸਤੋ ਸਰੀਰ ਨਵਾਂ ਨਰੋਆ ਸ਼ਕਤੀਸ਼ਾਲੀ ਰਹਿੰਦਾ ਹੈ। ਪੰਜਵਾਂ ਪੁਆਇੰਟ ਦੋਸਤੋ ਕਿਰਿਆਵਾਂ ਕਾਰਨ ਦੋਸਤੋ ਸਰੀਰ ਵਿੱਚ ਜਿਹੜੇ ਕਿ ਬੇਲੋੜੇ ਪਦਾਰਥ ਦੋਸਤੋ ਜਿਹੜੇ ਹੈਗੇ ਨੇ ਠੀਕ ਹੈ ਜੀ ਉਹ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਰਹਿੰਦੀ ਹੈ, ਜਿਸ ਦੇ ਫਲਸਰੂਪ ਸਰੀਰ ਵਿੱਚ ਕੰਮ ਕਰਨ ਦੀ ਜਿਹੜੀ ਸ਼ਕਤੀ ਵੱਧਦੀ ਹੈ ਅਤੇ ਥਕਾਵਟ ਘੱਟ ਹੁੰਦੀ ਹੈ। ਤੇ ਅਗਲਾ ਪੁਆਇੰਟ ਹੈ ਦੋਸਤੋ ਕਸਰਤ ਕਰਨ ਦੇ ਨਾਲ ਦੋਸਤੋ ਵਿਅਕਤੀ ਦੀ ਜਿਹੜੀ ਹੈ ਛਾਤੀ ਚੌੜੀ ਹੁੰਦੀ ਹੈ, ਕਿਉਂਕਿ ਇਸ ਵਿੱਚ ਆਕਸੀਜਨ ਭਰਨ ਦੀ ਮਾਤਰਾ ਤੇ ਦੋਸਤੋ ਸ਼ਕਤੀ ਵੱਧਦੀ ਹੈ। ਇਸੇ ਤਰ੍ਹਾਂ ਦੋਸਤੋ ਫੇਫੜਿਆਂ ਵਿੱਚ ਆਕਸੀਜਨ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਦੋਸਤੋ ਲੰਬੇ ਸਮਾਂ ਦੀਆਂ ਖੇਡਾਂ ਵਿੱਚ ਲੰਬੀਆਂ ਦੌੜਾਂ ਤੇ ਜਿਹੜੀ ਹੈਗੀ ਅਸੀਂ ਭਾਗ ਲੈਣ ਦੇ ਸਮੇਂ ਦੋਸਤੋ ਕੋਈ ਕਠਿਨਾਈ ਪੈਦਾ ਨਹੀਂ ਹੁੰਦੀ ਹੈਗੀ। ਦੂਸਰਾ ਪ੍ਰਸ਼ਨ ਦੋਸਤੋ ਕੀ ਹੈ, ਦੇਖੋ ਕਿ ਫੇਫੜਿਆਂ ਦੀ ਸ਼ਕਤੀ ਕੀ ਹੈ, ਇਸ ਦੇ ਬਾਰੇ ਲਿਖੋ। ਤਾਂ ਦੋਸਤੋ ਫੇਫੜਿਆਂ ਦੀ ਸ਼ਕਤੀ ਇੱਕ ਡੂੰਘੇ ਸਾਹ ਰਾਹੀਂ ਦੋਸਤੋ ਫੇਫੜਿਆਂ ਅੰਦਰ ਲਿਜਾਣ ਲਈ ਦੋਸਤੋ ਹਵਾ ਦੀ ਮਾਤਰਾ ਨੂੰ ਦੋਸਤੋ ਫੇਫੜਿਆਂ ਦੀ ਸ਼ਕਤੀ ਕਿਹਾ ਜਾਂਦਾ ਹੈ। ਆਮ ਸਥਿਤੀ ਵਿੱਚ ਦੋਸਤੋ ਅਸੀਂ 500 ਗ੍ਰਾਮ ਦੋਸਤੋ ਜਿਹੜਾ ਹੈਗਾ 500 ਇੱਥੇ ਲਿਖਿਆ ਹੋਇਆ ਵਾ ਕੁਛ। ਤੇ ਉਸ ਤੋਂ ਬਾਅਦ ਦੋਸਤੋ ਹੈਗਾ ਕਸਰਤ ਕਰਨ ਦੇ ਸਮੇਂ ਦੋਸਤੋ ਲਹੂ ਨਾਲੀਆਂ ਦੇ ਮੂੰਹ ਖੁੱਲ੍ਹਦੇ ਤੇ ਬੰਦ ਹੁੰਦੇ ਰਹਿੰਦੇ ਹਨ। ਸਿੱਟੇ ਵਜੋਂ ਦੋਸਤੋ ਆਕਸੀਜਨ ਦੀ ਜਿਹੜੀ ਹੈਗੀ ਆਪਣਾ ਮਿਕਾਦਰ ਦੋਸਤੋ ਕਸਰਤ ਅਤੇ ਦੌੜਾਂ ਸਮੇਂ 35,000 ਦੋਸਤੋ ਘਣ ਮਿਲੀਲੀਟਰ ਤੱਕ ਚਲੀ ਜਾਂਦੀ ਹੈ, ਜਦਕਿ ਇਹ ਦੋਸਤੋ ਆਮ ਤੌਰ ਤੇ ਦੋਸਤੋ ਕੀ ਹੈ ਕਸਰਤ ਕਰਨ ਵਾਲੇ ਵਿਅਕਤੀ ਵਿੱਚ 5,000 ਤੋਂ 8,000 ਘਣ ਮਿਲੀਮੀਟਰ ਹੁੰਦੀ ਹੈ। ਅਗਲਾ ਪ੍ਰਸ਼ਨ ਕਿ ਮਾਸਪੇਸ਼ੀਆਂ ਕੀ ਹਨ, ਇਹ ਕਿੰਨੂ ਕੁ ਪ੍ਰਕਾਰ ਦੀਆਂ ਹਨ। ਤਾਂ ਦੋਸਤੋ ਇਹਨਾਂ ਉੱਤੇ ਕਸਰਤ ਦੇ ਪ੍ਰਭਾਵ ਲਿਖੋ। ਤਾਂ ਦੋਸਤੋ ਦੇਖੋ ਕਿ ਮਾਸਪੇਸ਼ੀਆਂ ਦੋਸਤੋ ਸਰੀਰ ਨੂੰ ਰੂਪ ਦਿੰਦੀਆਂ ਹਨ ਅਤੇ ਇਸ ਦੇ ਨਾਲ ਦੋਸਤੋ ਸਰੀਰ ਦੀ ਜਿਹੜੀ ਹੈਗੀ ਗਤੀ ਵਿੱਚ ਸਹਾਇਤਾ ਕਰਦੀਆਂ ਹਨ। ਜੋ ਵੀ ਦੋਸਤੋ ਸਰੀਰ ਵਿੱਚ ਕਾਰਜ ਜਿਵੇਂ ਕਿ ਦੋਸਤੋ ਚੱਲਣਾ ਫਿਰਨਾ ਉਛਲਣਾ ਦੌੜਨਾ ਸਾਹ ਲੈਣਾ ਆਦਿ ਸਭ ਤੇ ਦੋਸਤੋ ਮਾਸਪੇਸ਼ੀਆਂ ਦੀ ਹੀ ਗਤੀ ਦੇ ਫਲਸਰੂਪ ਜਿਹੜਾ ਹੁੰਦਾ ਹੈ। ਠੀਕ ਹੈ, ਤਾਂ ਦੋਸਤੋ ਮਾਸਪੇਸ਼ੀਆਂ ਦੀਆਂ ਕਿਸਮਾਂ ਜਿਵੇਂ ਕਿ ਮਾਸਪੇਸ਼ੀਆਂ ਦੀਆਂ ਦੋ ਪ੍ਰਕਾਰ ਦੀਆਂ ਹਨ। ਇੱਕ ਤਾਂ ਦੋਸਤੋ ਵੋਲੰਟਰੀ ਜਿਹੜੀਆਂ ਆਪਣੀ ਇੱਛਾ ਅਨੁਸਾਰ ਹੁੰਦੀਆਂ ਹਨ, ਇੱਕ ਅਨਿੱਛੁਕ ਜਿਹਨੂੰ ਆਪਾਂ ਇਨਵੋਲੰਟਰੀ ਕਹਿੰਦੇ ਜੋ ਸਾਡੀ ਇੱਛਾ ਅਨੁਸਾਰ ਨਹੀਂ ਹੁੰਦੀਆਂ। ਇੱਛੁਕ ਮਾਸਪੇਸ਼ੀਆਂ ਦੋਸਤੋ ਇੱਛੁਕ ਮਾਸਪੇਸ਼ੀਆਂ ਉਹ ਮਾਸਪੇਸ਼ੀਆਂ ਹੁੰਦੀਆਂ ਹਨ ਜੋ ਵਿਅਕਤੀਆਂ ਦੀ ਜਿਹੜੀਆਂ ਹੈਗੀਆਂ ਨੇ ਜਿਹੜੀ ਇੱਛਾ ਅਨੁਸਾਰ ਦੋਸਤੋ ਚੱਲਦੇ ਹਨ। ਇਹ ਦੋਸਤੋ ਜਿਹੜੀਆਂ ਹੱਡੀਆਂ ਦੇ ਦੋਸਤੋ ਪਿੰਜਰ ਉੱਪਰ ਲੱਗੀਆਂ ਹੁੰਦੀਆਂ ਹਨ ਅਤੇ ਦੋਸਤੋ ਲੱਤਾਂ ਤੇ ਬਾਹਾਂ ਵਿੱਚ ਵੀ ਮਿਲਦੀਆਂ ਹਨ। ਇਹਨਾਂ ਨੂੰ ਦੋਸਤੋ ਜਿਹੋ ਜਿਹੀ ਸੂਚਨਾ ਮਿਲਦੀ ਹੈ ਇਹ ਉਸੇ ਅਨੁਸਾਰ ਕੰਮ ਕਰਦੀਆਂ ਰਹਿੰਦੀਆਂ ਹਨ। ਇਹਨਾਂ ਦੀ ਕੰਮ ਦਾ ਸਰੀਰ ਨੂੰ ਦੋਸਤੋ ਗਤੀ ਮੂਵਮੈਂਟ ਜਿਹੜਾ ਹੈ ਕਿ ਗਤੀ ਮਤਲਬ ਮੂਵਮੈਂਟ ਦੇਣਾ ਦਾ ਸਰੀਰ ਦੇ ਦੋਸਤੋ ਢਾਂਚੇ ਨੂੰ ਸੁਭਾਵ ਹੋ ਕੇ ਰੱਖਣਾ ਅਤੇ ਸਰੀਰ ਵਿੱਚ ਦੋਸਤੋ ਗਰਮੀ ਪੈਦਾ ਕਰਨਾ ਹੈ। ਤੇ ਇਸ ਤੋਂ ਬਾਅਦ ਦੋਸਤੋ ਅਨਿੱਛੁਕ ਮਾਸਪੇਸ਼ੀਆਂ ਉਹ ਮਾਸਪੇਸ਼ੀਆਂ ਵਿਅਕਤੀ ਦੀਆਂ ਹਨ ਜੋ ਦੋਸਤੋ ਬਸ ਵਿੱਚ ਨਹੀਂ ਹੁੰਦੀਆਂ। ਇਹ ਵਿਅਕਤੀ ਦੇ ਜਿਹੜੀ ਹੈਗੀਆਂ ਇੱਛਾ ਦੇ ਬਗੈਰ ਕੰਮ ਕਰਦੀਆਂ ਰਹਿੰਦੀਆਂ ਹਨ। ਠੀਕ ਹੈ ਜੀ, ਤੇ ਇਸ ਪ੍ਰਕਾਰ ਦੀਆਂ ਮਾਸਪੇਸ਼ੀਆਂ ਦੋਸਤੋ ਦਿਲ ਜਿਗਰ ਅੰਤੜੀਆਂ ਆਦਿ ਮਿਲਦੀਆਂ ਹਨ। ਉਹ ਦੋਸਤੋ ਉਸ ਵਿਅਕਤੀ ਦੇ ਸੁੱਤੇ ਪਿਆਂ ਵੀ ਕੰਮ ਕਰਦੀਆਂ ਰਹਿੰਦੀਆਂ ਹਨ ਤੇ ਇਹਨਾਂ ਦਾ ਦੋਸਤੋ ਕੰਮ ਲਹੂ ਦੇ ਚੱਕਰ ਨੂੰ ਚਲਾਉਣਾ ਅਤੇ ਪਾਚਨ ਕਿਰਿਆ ਵਿੱਚ ਦੋਸਤੋ ਸਹਾਇਤਾ ਕਰਨੀ ਅਤੇ ਸਾਹ ਦੀ ਗਤੀ ਨੂੰ ਤੋਰੀ ਰੱਖਣਾ ਅਤੇ ਇਹਨਾਂ ਦੇ ਲੱਛਣ ਦੋਸਤੋ ਹੈਗੇ ਜਿਹੜੇ ਸੁੰਗੜਨਾ ਫੈਲਣਾ ਤੇ ਲਚਕ ਹਨ। ਤੇ ਕਸਰਤ ਦੇ ਦੋਸਤੋ ਕੀ ਪ੍ਰਭਾਵ ਨੇ, ਤੇ ਦੇਖੋ ਦੋਸਤੋ ਕਸਰਤ ਦੇ ਜਿਹੜੇ ਹੈਗੇ ਪਹਿਲਾ ਪੁਆਇੰਟ ਕਸਰਤ ਕਰਨ ਨਾਲ ਦੋਸਤੋ ਮਾਸਪੇਸ਼ੀਆਂ ਦੇ ਪੱਠੇ ਵਿੱਚ ਦੋਸਤੋ ਜ਼ਿਆਦਾ ਕੰਮ ਕਰਦੇ ਕਿਉਂਕਿ ਦੋਸਤੋ ਇਹਨਾਂ ਨੂੰ ਦੋਸਤੋ ਆਕਸੀਜਨ ਰਾਹੀਂ ਦੋਸਤੋ ਜ਼ਿਆਦਾ ਪੌਸ਼ਟਿਕ ਖੁਰਾਕ ਮਿਲਦੀ ਹੈ, ਜਿਸ ਦੇ ਫਲਸਰੂਪ ਦੋਸਤੋ ਇਹ ਭਾਰੇ ਹੁੰਦੇ ਹਨ ਅਤੇ ਦੋਸਤੋ ਇਹਨਾਂ ਵਿਚਾਲੇ ਜਿਹੜੀ ਹੈਗੀ ਆ ਰੇਸ਼ੀਆਂ ਦੀਆਂ ਦੋਸਤੋ ਤਣੀਆਂ ਵੀ ਮੋਟੀਆਂ ਤੇ ਲੰਬੀਆਂ ਹੁੰਦੀਆਂ ਹਨ। ਠੀਕ ਹੈ ਜੀ, ਤੇ ਦੂਸਰਾ ਪੁਆਇੰਟ ਦੋਸਤੋ ਹਰ ਰੋਜ਼ ਕਸਰਤ ਕਰਨ ਵਾਲੇ ਵਿਅਕਤੀ ਦੀ ਜਿਹੜੀ ਹੈਗੀ ਆ ਮਾਸਪੇਸ਼ੀਆਂ ਦੀ ਦੋਸਤੋ ਜਿਹੜੀ ਹੈਗੀ ਕੰਮ ਕਰਨ ਦੀ ਲਈ ਦੋਸਤੋ ਜ਼ਿਆਦਾ ਤਾਲਮੇਲ ਹੁੰਦਾ ਹੈ। ਮਾਸਪੇਸ਼ੀਆਂ ਵਿੱਚ ਦੋਸਤੋ ਕਸਰਤ ਕਰਨ ਜ਼ਿਆਦਾ ਤਾਕਤ ਆਉਂਦੀ ਹੈ, ਜਿਸ ਦੇ ਫਲਸਰੂਪ ਦੋਸਤੋ ਲੰਬੇ ਸਮੇਂ ਤੱਕ ਕੰਮ ਕਰਨ ਨਾਲ ਦੋਸਤੋ ਥਕਾਵਟ ਮਹਿਸੂਸ ਨਹੀਂ ਹੁੰਦੀ। ਕਸਰਤ ਨਾਲ ਦੋਸਤੋ ਕਿਉਂਕਿ ਮਾਸਪੇਸ਼ੀਆਂ ਨੂੰ ਜਿਹੜੀ ਹੈ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਇਸ ਲਈ ਦੋਸਤੋ ਵੱਧ ਕੰਮ ਕਰਨ ਨਾਲ ਆਕਸੀਜਨ ਦੀ ਜਿਹੜੀ ਹੈਗੀ ਆ ਆਪਣੀ ਪੱਖਤ ਵੀ ਜ਼ਿਆਦਾ ਹੁੰਦੀ ਹੈ ਤੇ ਉਹੀ ਦੋਸਤੋ ਪੱਠਿਆਂ ਵਿੱਚ ਤੇਜ਼ੀ ਨਾਲ ਜਿਹੜਾ ਹੈਗਾ ਲਹੂ ਪਹੁੰਚਦਾ ਰਹਿੰਦਾ ਹੈ। ਠੀਕ ਹੈ ਜੀ, ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚ ਜਿਹੜਾ ਹੈਗਾ ਹਿਲਜੁਲ ਹੁੰਦੀ ਹੈ। ਇਹ ਹਿਲਜੁਲ ਦੋਸਤੋ ਸਦਕਾ ਦੋਸਤੋ ਮਾਸਪੇਸ਼ੀਆਂ ਨੂੰ ਹੀ ਆਕਸੀਜਨ ਦੀ ਮਾਤਰਾ ਮਿਲਦੀ ਹੈ ਅਤੇ ਸਰੀਰ ਵਿੱਚ ਦੋਸਤੋ ਜਿਹੜੀ ਹੈਗਾ ਬੇਲੋੜੀਂਦੇ ਠੀਕ ਹੈ ਪਦਾਰਥ ਬਾਹਰ ਕੱਢਦੇ ਜਾਂਦੇ ਹਨ। ਉਹ ਸਰੀਰ ਦਾ ਦੋਸਤੋ ਤਾਪਮਾਨ ਇਕਸਾਰ ਰਹਿੰਦਾ ਹੈ। ਕਸਰਤ ਕਰਨ ਨਾਲ ਦੋਸਤੋ ਮਾਸਪੇਸ਼ੀਆਂ ਨੂੰ ਦੋਸਤੋ ਪੌਸ਼ਟਿਕ ਖੁਰਾਕ ਦੇ ਰੂਪ ਵਿੱਚ ਦੋਸਤੋ ਜ਼ਿਆਦਾ ਰਸਾਇਣਿਕ ਪਦਾਰਥ ਜਿਵੇਂ ਕਿ ਦੋਸਤੋ ਕਿਵੇਂ ਫਾਸਫੋਕਰਾਈਟਿਨ ਤੇ ਪੋਟਾਸ਼ੀਅਮ ਮਿਲਦੇ ਹਨ। ਠੀਕ ਹੈ ਜੀ, ਤੇ ਗਲੂਕੋਜ਼ ਵੀ ਇੱਥੇ ਲਿਖਿਆ ਹੋਇਆ ਗਲੂਕਾਈਜ਼ਨ ਗਲਾਈਕੋਜਨ ਲਿਖਿਆ ਹੋਇਆ ਤੇ ਰਹਿੰਦੇ ਹਨ ਅਤੇ ਜਿਸ ਕਾਰਨ ਦੋਸਤੋ ਲਹੂ ਦੀ ਗਤੀ ਵੀ ਵਿੱਚ ਵਾਧਾ ਹੁੰਦਾ ਹੈ। ਕਸਰਤ ਕਰਨ ਨਾਲ ਦੋਸਤੋ ਮਾਸਪੇਸ਼ੀਆਂ ਵਿੱਚ ਤੇਜ਼ੀ ਅਤੇ ਲਚਕਤਾ ਆਉਂਦੀ ਹੈ, ਜਿਸ ਕਾਰਨ ਦੋਸਤੋ ਸਰੀਰ ਸੁਡੌਲ ਅਤੇ ਨਰੋਆ ਰਹਿੰਦਾ ਹੈ। ਠੀਕ ਹੈ ਜੀ, ਇਸ ਲਚਕ ਅਤੇ ਤੇਜ਼ੀ ਦੇ ਸਿੱਟੇ ਵਜੋਂ ਸਰੀਰ ਵਿੱਚ ਦੋਸਤੋ ਕਿਰਿਆਵਾਂ ਲਈ ਸੰਤੁਲਨ ਵਧੇਰੇ ਵੱਧਦਾ ਰਹਿੰਦਾ ਹੈ। ਤੇ ਅਗਲਾ ਪ੍ਰਸ਼ਨ ਕੀ ਹੈ, ਦੇਖੋ ਮਲ ਤਿਆਗ ਅਗਲਾ ਪ੍ਰਸ਼ਨ ਮਲ ਤਿਆਗ ਪ੍ਰਣਾਲੀ ਦੇ ਅੰਗਾਂ ਨੂੰ ਦੋਸਤੋ ਮੁੱਖ ਰੱਖਦੇ ਹੋਏ ਕਸਰਤ ਦੇ ਪ੍ਰਭਾਵ ਬਿਆਨ ਕਰੋ। ਤਾਂ ਦੋਸਤੋ ਮਲ ਤਿਆਗ
ਜਿਹੜਾ ਹੈਗਾ ਵਾ ਹਾਂਜੀ ਮਲ ਤਿਆਗ ਪ੍ਰਣਾਲੀ ਜਿਹੜੀ ਹੈਗੀ ਆ ਦੋਸਤੋ ਅੰਗ ਮਲ ਤਿਆਗ ਜਿਹੜਾ ਹੈਗਾ ਦੋਸਤੋ ਆਪਣਾ ਐਕਸਕ੍ਰੇਟਰ ਪ੍ਰਣਾਲੀ ਸਰੀਰ ਦਾ ਦੋਸਤੋ ਉਹ ਪ੍ਰਬੰਧ ਹੈ ਜਿਸ ਰਾਹੀਂ ਸਰੀਰ ਵਿੱਚ ਬੇਲੋੜੀਂਦੇ ਤੇ ਹਾਨੀਕਾਰਕ ਪਦਾਰਥਾਂ ਦਾ ਬਾਹਰ ਅਸੀਂ ਕੱਢਣ ਵਿੱਚ ਸਹਾਇਤਾ ਮਿਲਦੀ ਹੈ। ਇਹ ਹਾਨੀਕਾਰਕ ਅਤੇ ਬੇਲੋੜੀਂਦੇ ਪਦਾਰਥ ਸਰੀਰ ਵਿੱਚ ਦੋਸਤੋ ਰਹਿ ਜਾਣ ਤਾਂ ਕਈ ਪ੍ਰਕਾਰ ਦੇ ਰੋਗ ਦਾ ਕਾਰਨ ਬਣਦੇ ਹਨ। ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਮਲ ਤਿਆਗ ਪ੍ਰਣਾਲੀ ਦੇ ਅੰਗ ਤਾਂ ਦੋਸਤੋ ਦੇਖੋ ਇਹਦਾ ਕੀ ਹੈ, ਮਲ ਤਿਆਗ ਪ੍ਰਣਾਲੀ ਦੇ ਫੇਫੜੇ, ਚਮੜੀ, ਗੁਰਦੇ, ਉਸ ਤੋਂ ਬਾਅਦ ਦੋਸਤੋ ਅੰਤੜੀਆਂ, ਇਹ ਦੋਸਤੋ ਕੀ ਹਨ, ਮਲ ਤਿਆਗ ਪ੍ਰਣਾਲੀ ਦੇ ਅੰਗ ਹਨ। ਇਹਨਾਂ ਨੂੰ ਤੁਸੀਂ ਰੀਡ ਕਰ ਲੈਣਾ ਵਾ, ਇਹ ਸੌਖੇ ਹੀ ਹਨ। ਜਿਵੇਂ ਕਿ ਫੇਫੜੇ ਦੋਸਤੋ ਕਾਰਬਨ ਡਾਈਆਕਸਾਈਡ ਬਾਹਰ ਨਿਕਾਲਦੀ ਹੈ, ਚਮੜੀ ਦੋਸਤੋ ਪਸੀਨਾ ਸਰੀਰ ਤੋਂ, ਠੀਕ ਹੈ ਜੀ। ਤੇ ਦੋਸਤੋ ਗੁਰਦੇ ਦੋਸਤੋ ਪਿਸ਼ਾਬ ਦੇ ਰੂਪ ਦੇ ਵਿੱਚ, ਤੇ ਅੰਤੜੀਆਂ ਦੋਸਤੋ ਇਹਨਾਂ ਦੇ ਰਾਹੀਂ ਫੋਕਟ ਪਦਾਰਥ ਜਿਹੜਾ ਹੈਗਾ ਪਖਾਨੇ ਦੇ ਰੂਪ ਵਿੱਚ ਸਰੀਰ ਵਿੱਚੋਂ ਬਾਹਰ ਨਿਕਲਦੀਆਂ ਹਨ। ਤੇ ਦੋਸਤੋ ਮਲ ਤਿਆਗ ਪ੍ਰਣਾਲੀ ਜਿਹੜੀ ਹੈਗੀ ਆ, ਠੀਕ ਹੈ, ਪ੍ਰਬੰਧੀ ਉੱਤੇ ਦੋਸਤੋ ਕਸਰਤ ਦੇ ਪ੍ਰਭਾਵ ਤਾਂ ਦੋਸਤੋ ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚ ਹਿਲਜੁਲ ਹੁੰਦੀ ਹੈ, ਜਿਸ ਦੇ ਫਲਸਰੂਪ ਦੋਸਤੋ ਲਹੂ ਦੀ ਗਤੀ ਵਿੱਚ ਤੇਜ਼ੀ ਆਉਂਦੀ ਹੈ। ਸਰੀਰ ਵਿੱਚ ਦੋਸਤੋ ਗੈਸਾਂ ਦੀ ਜਿਹੜੀ ਹੈਗੀ ਅਦਲਾ ਬਦਲੀ ਕਾਰਨ ਦੋਸਤੋ ਪੌਸ਼ਟਿਕ ਪਦਾਰਥ ਹਜਮ ਹੁੰਦੇ ਹਨ ਅਤੇ ਦੋਸਤੋ ਬੇਲੋੜੀਂਦੇ ਪਦਾਰਥ ਬਾਹਰ ਨਿਕਲਦੇ ਹਨ। ਕਸਰਤ ਕਰਨ ਨਾਲ ਸਰੀਰ ਦਾ ਤਾਪਮਾਨ ਵੀ ਬਰਾਬਰ ਰਹਿੰਦਾ ਹੈ। ਤਾਂ ਦੋਸਤੋ ਕਸਰਤ ਕਰਨ ਨਾਲ ਸਰੀਰ ਦੇ ਜਿਹੜੇ ਹੈਗੇ ਵੱਖ-ਵੱਖ ਪੱਠਿਆਂ ਨੂੰ ਵੀ ਦੋਸਤੋ ਕਸਰਤ ਕਰਨਾ ਪੈਂਦਾ ਹੈ, ਜਿਸ ਦੇ ਫਲਸਰੂਪ ਦੋਸਤੋ ਸਰੀਰ ਵਿੱਚ ਟੁੱਟ ਭੱਜ ਹੁੰਦੀ ਹੈ। ਇਸ ਦੇ ਟੁੱਟ ਭੱਜ ਕਾਰਨ ਸਰੀਰ ਦੇ ਵਿੱਚੋਂ ਅਸੀਂ ਚਮੜੀ ਰਾਹੀਂ ਦੋਸਤੋ ਗੰਦਗੀ ਬਾਹਰ ਨਿਕਾਲਦੀ ਰਹਿੰਦੀ ਹੈ ਅਤੇ ਇਹੀ ਦੋਸਤੋ ਸਰੀਰ ਦੇ ਵਿੱਚ ਜਿਹੜੀ ਹੈਗਾ ਰੋਗਾਂ ਤੋਂ ਰਹਿਤ ਰਹਿੰਦਾ ਹੈ। ਉਸ ਤੋਂ ਬਾਅਦ ਦੋਸਤੋ ਹੈਗਾ ਕਿ ਕਸਰਤ ਕਰਨ ਨਾਲ ਦੋਸਤੋ ਜਿਹੜੇ ਹੈਗੇ ਆ ਗੁਰਦੇ ਬੇਲੋੜੀਂਦੇ ਪਦਾਰਥਾਂ ਨੂੰ ਵੀ ਦੋਸਤੋ ਛਾਣ ਕੇ ਪਿਸ਼ਾਬ ਦੇ ਰੂਪ ਵਿੱਚ ਬਾਹਰ ਕੱਢਦੇ ਹਨ। ਕਿਉਂ ਦੋਸਤੋ, ਇਹ ਜਿਹੜੀ ਹੈਗੀ ਆ ਡਾਲਣੀ ਜਿਹੜਾ ਹੈਗਾ ਛਾਨਣੀ ਦਾ ਕੰਮ ਕਰਦੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਹੈਗਾ ਕਿ ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚੋਂ ਬੇਲੋੜੀਂਦੇ ਪਦਾਰਥ ਦੇ ਰੂਪ ਵਿੱਚ ਜ਼ਹਿਰੀਲੀਆਂ ਵਸਤੂਆਂ ਬਾਹਰ ਨਿਕਲਦੀਆਂ ਰਹਿੰਦੀਆਂ ਹਨ। ਤੇ ਦੋਸਤੋ ਇਹ ਸਰੀਰ ਵਿੱਚ ਜ਼ਹਿਰੀਲੇ ਕੀਟਾਣੂ ਇਕੱਠੇ ਨਹੀਂ ਹੋਣ ਦਿੰਦੇ। ਸਰੀਰ ਵਿੱਚ ਦੋਸਤੋ ਇਹਨਾਂ ਜ਼ਹਿਰੀਲੇ ਕੀਟਾਣੂਆਂ ਵਿਰੁੱਧ ਇਹ ਲੜਨ ਦੀ ਸ਼ਕਤੀ ਵੱਧਦੀ ਹੈ। ਹੇਠ ਲਿਖਿਆ ਤੇ ਦੋਸਤੋ ਨੋਟ ਲਿਖੋ, ਯਾਨੀ ਕਿ ਚਮੜੀ ਦੇ ਰੰਗ, ਗੁਰਦੇ, ਦਿਲ ਤੇ ਆਪਣਾ ਦੋਸਤੋ ਸਿਰਹਾਣਾ ਤੇ ਹਾਂਜੀ ਸਿਗਾਰਾ ਤੇ ਦੋਸਤੋ ਆਪਣਾ ਧਮਨੀ। ਤੇ ਦੋਸਤੋ ਦੇਖੋ ਚਮੜੀ ਦੇ ਕੰਮ ਦੋਸਤੋ, ਚਮੜੀ ਦੇ ਦੋਸਤੋ ਮੁੱਖ ਕੰਮ ਹੇਠ ਲਿਖੇ ਹਨ, ਜਿਵੇਂ ਕਿ ਪਰਦਾ ਚਮੜੀ ਸਰੀਰ ਨੂੰ ਦੋਸਤੋ ਢੱਕਣ ਲਈ ਪਰਦਾ ਹੈ, ਜੋ ਕਿ ਦੋਸਤੋ ਅੰਦਰਲੀਆਂ ਮਾਸਪੇਸ਼ੀਆਂ ਤੇ ਜਿਹੜੀ ਹੈਗੀਆਂ ਨੇ ਅੱਡ ਅੰਗਾਂ ਨੂੰ, ਠੀਕ ਹੈ ਜੀ, ਕੀ ਕਰਦੀਆਂ ਹਨ ਦੋਸਤੋ, ਢੱਕ ਕੇ ਰੱਖਦੀਆਂ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਪਸੀਨਾ, ਤਾਂ ਦੋਸਤੋ ਪਸੀਨਾ ਬਾਹਰ ਕੱਢਣਾ ਚਮੜੀ ਦੀ ਉੱਪਰਲੀ ਜਾਂ ਫਿਰ ਬਾਹਰਲੀ ਪਰਤ, ਠੀਕ ਹੈ ਜੀ, ਐਪੀਡਰਮਿਸ ਨਰਮ ਤੇ ਦੋਸਤੋ ਸਖਤ ਹੁੰਦੀ ਹੈ। ਇਸ ਵਿੱਚ ਦੋਸਤੋ ਛੋਟੇ ਛੋਟੇ ਜਿਹੜੇ ਹੈਗੇ ਆ ਮੁਸਾਮ ਹੁੰਦੇ ਹਨ, ਜਿਨ੍ਹਾਂ ਰਾਹੀਂ ਦੋਸਤੋ ਪਸੀਨਾ ਸਰੀਰ ਵਿੱਚੋਂ ਬਾਹਰ ਨਿਕਲਦਾ ਹੈ। ਉਸ ਤੋਂ ਬਾਅਦ ਦੋਸਤੋ ਗਰਮੀ ਪੈਦਾ ਕਰਨਾ, ਯਾਨੀ ਕਿ ਚਮੜੀ ਦੇ ਹੇਠਲੀ ਜਾਂ ਅੰਦਰਲੀ ਜਿਹੜੀ ਹੈਗੀ ਆ ਪਰਤ ਜਿਹੜੀ ਹੁੰਦੀ ਹੈ ਦੋਸਤੋ ਜਿਹੜੀ, ਠੀਕ ਹੈ ਜੀ, ਤਾਂ ਇੱਕ ਬੰਧਕ ਤੰਤੂਆਂ ਦੀ ਬਣੀ ਹੁੰਦੀ ਹੈ। ਇਸ ਵਿੱਚ ਦੋਸਤੋ ਜਿਹੜੀ ਹੈਗੀ ਚਰਬੀ ਹੁੰਦੀ ਹੈ, ਜੋ ਗਰਮੀ ਪੈਦਾ ਕਰਨ ਵਿੱਚ ਸਹਾਇਕ ਹੁੰਦੀ ਹੈ। ਤਾਪਮਾਨ ਦੋਸਤੋ ਇਕਸਾਰ, ਯਾਨੀ ਕਿ ਦੋਸਤੋ ਅੰਦਰੂਨੀ ਚਮੜੀ ਵਿੱਚ ਜਦੋਂ ਦੋ ਤਰ੍ਹਾਂ ਦੀਆਂ ਜਿਹੜੀ ਹੈਗੀਆਂ ਗਿਲਟੀਆਂ ਹੁੰਦੀਆਂ ਹਨ, ਇਹ ਪਸੀਨੇ ਤੇ ਜਿਹੜੀਆਂ ਹੈਗੀਆਂ ਚਿਕਨਾਹਟ ਦੀਆਂ ਗਿਲਟੀਆਂ ਹਨ, ਜੋ ਦੋਸਤੋ ਸਰੀਰ ਦੇ ਤਾਪਮਾਨ ਨੂੰ ਇਕਸਾਰ ਰੱਖਣ ਦੀ ਸਹਾਇਤਾ ਕਰਦੀਆਂ ਹਨ। ਚਮੜੀ ਸਰੀਰ ਦੇ ਦੋਸਤੋ ਕੋਮਲ ਜਿਹੜੇ ਅੰਗ ਹੁੰਦੇ ਹਨ, ਠੀਕ ਹੈ ਜੀ, ਤੇ ਅੰਗਾਂ ਦੀ ਦੋਸਤੋ ਰੱਖਿਆ ਕਰਦਾ ਹੈ। ਆਪਣਾ ਚਮੜੀ ਦੋਸਤੋ ਸਰੀਰ ਦੇ ਕੋਮਲ ਅੰਗਾਂ ਦੀ ਜਿਹੜੀ ਹੈਗੀ ਰੱਖਿਆ ਕਰਦਾ ਹੈ। ਫੇਫੜਿਆਂ ਵਾਲੀ ਦੋਸਤੋ ਜਿਹੜੀ ਹੈਗੀ ਆ ਆਪਣੀ ਪਲਮੋਨਰੀ ਜਿਹੜੀ ਹੈਗੀ ਆ ਦੋਸਤੋ ਤੇ ਰਾਹੀਂ ਦੋਸਤੋ ਫੇਫੜਿਆਂ ਵਿੱਚ ਦੋਸਤੋ ਸ਼ੁੱਧ ਹੋਣ ਲਈ ਜਾਂਦਾ ਹੈ ਅਤੇ ਦੋਸਤੋ ਵਾਪਸੀ ਤੇ ਦੋਸਤੋ ਆਕਸੀਜਨ ਨਾਲ ਦੋਸਤੋ ਮਿਲਿਆ ਹੋਇਆ ਸ਼ੁੱਧ ਲਹੂ ਦਿਲ ਦੇ ਜਿਹੜੇ ਹੈਗੇ ਖੱਬੇ ਐਰੀਕਲ ਵਿੱਚ ਦੋਸਤੋ ਆ ਜਾਂਦਾ ਹੈ। ਖੱਬੇ ਐਰੀਕਲ ਤੋਂ ਦੋਸਤੋ ਵੈਂਟ੍ਰਿਕਲ ਵਿੱਚ ਦੋਸਤੋ ਲਹੂ ਦੋ ਨੁਕਰਾਂ ਵਾਲੇ ਬਾਲਣ, ਯਾਨੀ ਕਿ ਦੋਸਤੋ ਬਿਕੁਸਪੀਡ ਵੈਲਵ ਰਾਹੀਂ ਦੋਸਤੋ ਪੜਦਾ ਹੈ, ਕਿਉਂਕਿ ਦਿਲ ਸਰੀਰ ਦੇ ਦੋਸਤੋ ਵਿਚਲੇ ਜਿਹੜਾ ਹੈਗਾ ਗੰਦੇ ਲਹੂ ਨੂੰ ਦੋਸਤੋ ਸਾਫ਼ ਕਰਕੇ ਜਿਹੜਾ ਹੈਗਾ ਸ਼ੁੱਧ ਲਹੂ ਦੀ ਮੁੜ ਵੱਖ-ਵੱਖ ਅੰਗਾਂ ਨੂੰ ਦੋਸਤੋ ਸਪਲਾਈ ਕਰਨ ਵਿੱਚ ਸਹਾਇਤਾ ਕਰਦਾ ਹੈ। ਸਿਗਮਾ ਅਤੇ ਧਮਨੀਆਂ ਤਾਂ ਦੇਖੋ ਸਰੀਰ ਦੇ ਜਿਹੜੇ ਹੈਗੇ ਆ ਤੰਤੂਆਂ ਅਤੇ ਸੈੱਲਾਂ ਵਿਚਲਾ ਦੋਸਤੋ ਜਿਹੜਾ ਹੈਗਾ ਲਹੂ, ਜਿਸ ਵਿੱਚ ਕਾਫੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਦੋਸਤੋ ਵਿਅਰਥ ਤਰਲ ਪਦਾਰਥ ਹੁੰਦੇ ਹਨ। ਤਾਂ ਜਿਹੜਾ ਹੈਗਾ ਆਪਣਾ ਸਿਗਮਾ ਵਿੱਚੋਂ ਦੋਸਤੋ ਜਿਹੜਾ ਹੁੰਦਾ ਹੋਇਆ ਇਹ ਦਿਲ ਦੇ ਜਿਹੜੇ ਹੈਗੇ ਸੱਜੇ ਵਿਚਕਾਰਲੇ ਹਿੱਸੇ ਵਿੱਚ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਦੋਸਤੋ ਇਹ ਛੋਟੀਆਂ ਤੋਂ ਛੋਟੀਆਂ ਸਿਗਮਾ ਮਿਲ ਕੇ ਦੋਸਤੋ ਵੱਡੀਆਂ ਸਿਗਮਾ ਬਣ ਜਾਂਦੀਆਂ ਹਨ। ਠੀਕ ਹੈ ਜੀ। ਆਖਿਰ ਵਿੱਚ ਇਹ ਦੋਸਤੋ ਦੋ ਵੱਡੀਆਂ ਸਿਗਮਾ ਵਿੱਚ ਦੋਸਤੋ ਹੋਏ ਸਾਰਾ ਗੰਦਾ ਲਹੂ ਦਿਲ ਦੇ ਸੱਜੇ ਪਾਸੇ ਉੱਪਰਲੀ ਕੋਠੜੀ ਵਿੱਚ ਚਲਾ ਜਾਂਦਾ ਹੈ। ਧਮਨੀਆਂ ਦੋਸਤੋ ਉਹ ਨਾਲੀਆਂ ਹਨ ਜੋ ਦੋਸਤੋ ਸੇਧ ਲਹੂ ਨੂੰ ਸਰੀਰ ਦੇ ਸਾਰੇ ਜਿਹੜੇ ਹੈਗੇ ਅੰਗਾਂ ਤੱਕ ਪਹੁੰਚਾਉਂਦੀਆਂ ਹਨ। ਇਹਨਾਂ ਨੂੰ ਦੋਸਤੋ ਨਾਲੀਆਂ ਨੂੰ ਦੋਸਤੋ ਤਿੰਨ ਤਈਆਂ ਹੁੰਦੀਆਂ ਹਨ। ਬਾਹਰ ਦੀ ਤਹਿ ਰੁਕਣ ਵਾਲੀ ਦੋਸਤੋ ਵਿਚਕਾਰਲੀ ਪੱਕੀ ਅਤੇ ਅੰਦਰ ਦੀ ਜਿਹੜੀ ਹੈਗੀ ਆ ਕਿਹੜੀ ਅੰਦਰਲੀ ਤਹਿ ਸਮਤਲ ਹੁੰਦੀ ਹੈ। ਜਦੋਂ ਦੋਸਤੋ ਲਹੂ ਦਿਲ ਦੇ ਧੱਕਣ ਨਾਲ ਦੋਸਤੋ ਹੈਗਾ ਇਹਨਾਂ ਨਾਲੀਆਂ ਵਿੱਚ ਜਾਂਦਾ ਹੈ ਤਾਂ ਇਹ ਦੋਸਤੋ ਨਾਲੀਆਂ ਲਚਕ ਕਾਰਨ ਫੈਲ ਜਾਂਦੀਆਂ ਹਨ ਅਤੇ ਕੁਝ ਚਿਰ ਪਿੱਛੋਂ ਮੁੜ ਇਹ ਆਪਣੇ ਖਾਹ ਤੇ ਆ ਕੇ
ਆ ਜਾਂਦੀਆਂ ਹਨ। ਠੀਕ ਹੈ ਜੀ। ਜਿਹੜਾ ਦੋਸਤੋ ਸਿਗਵਾ ਵਿੱਚ ਦੋਸਤੋ ਆਪਣੀ ਅਸ਼ੁੱਧ ਲਹੂ ਅਤੇ ਧਮਨੀਆਂ ਵਿੱਚ ਦੋਸਤੋ ਸ਼ੁੱਧ ਲਹੂ ਸਦਾ ਦੋਸਤੋ ਗੇੜਾ ਲਾਉਂਦਾ ਰਹਿੰਦਾ ਹੈ। ਇਹ ਲਹੂ ਦਾ ਦੋਸਤੋ ਗੇੜ ਲਹੂ ਦੀਆਂ ਦੋਸਤੋ ਨਾਲੀਆਂ ਦੀਆਂ ਦੀਵਾਰਾਂ ਨਾਲ ਜਿਹੜਾ ਹੈਗਾ ਟਕਰਾਉਂਦਾ ਹੈ, ਜਿਸ ਕਾਰਨ ਦੋਸਤੋ ਦਬਾਅ ਵੱਧਦਾ ਹੈ ਅਤੇ ਜਦੋਂ ਇਹ ਦਬਾਅ ਘਟਦਾ ਹੈ ਤਾਂ ਲਹੂ ਅੱਗੇ ਵੱਧਦਾ ਹੈ। ਤੇ ਹੁਣ ਦੋਸਤੋ ਤੁਹਾਡੇ ਪਾਠ ਦੂਸਰੇ ਦੇ ਅਕੋਰਡਿੰਗ ਸੰਤੁਲਿਤ ਭੋਜਨ ਵਾਲਾ ਜਿਹੜਾ ਚੈਪਟਰ ਆ, ਠੀਕ ਹੈ, ਤਾਂ ਦੋਸਤੋ ਤੁਹਾਡੇ 2 ਹੀ ਚੈਪਟਰ ਨੇ ਮੇਰੇ ਅਕੋਰਡਿੰਗ, ਮੈਨੂੰ ਲੱਗਦਾ ਸਤੰਬਰ ਐਗਜ਼ਾਮ ਦੇ ਲਈ 2 ਹੀ ਚੈਪਟਰ ਨੇ। ਬਾਕੀ ਅਗਰ ਤੁਹਾਡੇ ਸਕੂਲ ਵਾਲਿਆਂ ਨੇ 3 ਚੈਪਟਰ ਵੀ ਕਰਾਏ ਹਨ, ਜਿਵੇਂ ਕਿ ਪਹਿਲਾ ਦੂਸਰਾ ਤੀਸਰਾ ਚੈਪਟਰ, ਤਾਂ ਦੋਸਤੋ ਤੁਸੀਂ ਤੀਸਰਾ ਚੈਪਟਰ ਵੀ ਕਰ ਲੈਣਾ ਵਾ, ਬਟ ਅਸੀਂ 2 ਚੈਪਟਰ ਹੀ ਕਰਾਵਾਂਗੇ ਕਿਉਂਕਿ ਟੋਟਲ ਤੁਹਾਡੇ 4 ਚੈਪਟਰ ਨੇ ਫਿਜ਼ੀਕਲ ਦੇ ਵਿੱਚ, ਤੇ ਆਪਾਂ 2 ਹੀ ਚੈਪਟਰ ਕਰਾਂਗੇ ਕਿਉਂਕਿ ਆਹ ਹਾਫ ਈਅਰ ਦੇ ਐਗਜ਼ਾਮ ਹੋ ਰਿਹਾ ਤਾਂ 2 ਹੀ ਮੰਨ ਕੇ ਚੱਲਾਂਗੇ ਕਿਉਂਕਿ ਅੱਧਾ ਸਿਲੇਬਸ ਆ ਰਿਹਾ ਵਾ, ਤਾਂ ਅੱਧਾ ਸਿਲੇਬਸ ਦੋਸਤੋ 2 ਹੀ ਚੈਪਟਰ ਬਣ ਰਿਹਾ ਤੁਹਾਡੇ। ਬਾਕੀ ਅਗਰ ਤੁਹਾਡੇ ਸਕੂਲ ਵਾਲਿਆਂ ਨੇ 3 ਚੈਪਟਰ ਕਰਾਏ ਨੇ ਤੇ ਤੁਸੀਂ ਆਪਣੇ ਸਕੂਲ ਵਾਲਿਆਂ ਨੂੰ ਪੁੱਛ ਲਓ, ਟੀਚਰ ਨੂੰ ਪੁੱਛੋ ਕਿ ਤੁਸੀਂ ਕਿੰਨੇ ਵਿੱਚੋਂ ਪੇਪਰ ਪਾਇਆ ਵਾ, 3 ਚੈਪਟਰਾਂ ਦੇ ਵਿੱਚੋਂ ਪੇਪਰ ਪਾਇਆ ਕਿ 2 ਚੈਪਟਰਾਂ ਦੇ ਵਿੱਚੋਂ ਪਾਇਆ ਵਾ। ਠੀਕ ਹੈ, ਅਗਰ 3 ਚੈਪਟਰਾਂ ਦੇ ਵਿੱਚੋਂ ਪੇਪਰ ਪਾਇਆ ਤਾਂ ਤੁਹਾਨੂੰ 3 ਚੈਪਟਰ ਕਰਨੇ ਪੈਣਗੇ, ਬਟ ਦੋਸਤੋ ਮੋਸਟਲੀ ਸਾਰੇ ਹੀ ਸਕੂਲਾਂ ਨੇ 2 ਹੀ ਚੈਪਟਰਾਂ ਦੇ ਵਿੱਚ ਪਾਇਆ ਹੋਣਾ ਕਿਉਂਕਿ 4 ਤਾਂ ਹੀ ਚੈਪਟਰ ਨੇ, ਟੋਟਲ ਤਾਂ 4 ਹੀ ਚੈਪਟਰ ਨੇ ਤੇ 4 ਦੇ ਵਿੱਚੋਂ ਇਹ ਹਾਫ ਈਅਰ ਐਗਜ਼ਾਮ ਹੋ ਰਿਹਾ ਵਾ ਤਾਂ 2 ਹੀ ਚੈਪਟਰ ਬਣਦੇ ਆ। ਠੀਕ ਹੈ ਜੀ, ਤਾਂ 2 ਹੀ ਚੈਪਟਰ ਦੇ ਅਗਰ ਤੁਸੀਂ ਵਧੀਆ ਨਾਲ ਪ੍ਰਿਪੇਅਰ ਕਰਦੇ ਹੋ ਤਾਂ ਤੁਹਾਡੇ 2 ਹੀ ਚੈਪਟਰ ਦੇ ਵਿੱਚ ਕੁਐਸਚਨ ਆਨਸਰ ਆ ਜਾਣਗੇ। ਤਾਂ ਚਲੋ ਦੋਸਤੋ ਦੂਸਰਾ ਕੁਐਸਚਨ ਜਿਹੜਾ ਹੈਗਾ ਦੂਸਰਾ ਚੈਪਟਰ ਸ਼ੁਰੂ ਕਰਦੇ ਹਾਂ। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਦੇਖੋ ਦੋਸਤੋ, ਸੰਤੁਲਿਤ ਭੋਜਨ ਦੇ ਮੁੱਖ ਤੱਤ ਦੱਸੋ। ਤਾਂ ਦੋਸਤੋ ਸੰਤੁਲਿਤ ਭੋਜਨ ਦੇ ਮੁੱਖ ਤੱਤਾਂ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਖਣਿਜ ਲੂਣ, ਪਾਣੀ, ਵਿਟਾਮਿਨ ਅਤੇ ਫੋਕਟ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈਗਾ ਦੋਸਤੋ, ਪ੍ਰੋਟੀਨ ਤੋਂ ਕੀ ਭਾਵ ਹੈ। ਤਾਂ ਦੋਸਤੋ ਕਾਰਬਨ ਡਾਈਆਕਸਾਈਡ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਗੰਧਕ ਅਤੇ ਫਾਸਫੋਰਸ ਰਸਾਇਣਿਕ ਮੇਲ ਨਾਲ ਦੋਸਤੋ ਬਣੇ ਮਿਸ਼ਰਣ ਨੂੰ ਦੋਸਤੋ ਪ੍ਰੋਟੀਨ ਆਖਦੇ ਹਨ। ਇੱਕ ਦਿਨ ਵਿੱਚ ਦੋਸਤੋ ਕਿੰਨਾ ਪਾਣੀ ਪੀਣਾ ਚਾਹੀਦਾ। ਤਾਂ ਦੋਸਤੋ ਇੱਕ ਦਿਨ ਵਿੱਚ ਸਾਨੂੰ ਜਿਹੜਾ ਹੈਗਾ 6 ਲੀਟਰ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਠੀਕ ਹੈ ਜੀ, 6 ਲੀਟਰ ਜਾਂ ਫਿਰ ਦੋਸਤੋ ਇੱਥੇ 6 ਲੀਟਰ ਪਾਣੀ ਪੀਣਾ ਚਾਹੀਦਾ, ਵੈਸੇ ਲਿਖਿਆ ਹੋਇਆ ਇਹਨਾਂ ਨੇ 6 ਲੀਟਰ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਸੰਤੁਲਿਤ ਭੋਜਨ ਤੋਂ ਕੀ ਭਾਵ ਹੈ। ਤਾਂ ਦੋਸਤੋ ਜਿਸ ਭੋਜਨ ਵਿੱਚ ਸਾਰੇ ਜ਼ਰੂਰੀ ਤੱਤ ਸਹੀ ਮਾਤਰਾ ਵਿੱਚ ਹੋਣ ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ। ਪ੍ਰੋਟੀਨ ਕਿੰਨੀਆਂ ਕਿਸਮਾਂ ਦੀ ਹੁੰਦੀ ਹੈ। ਤਾਂ ਦੋਸਤੋ ਪ੍ਰੋਟੀਨ 2 ਕਿਸਮਾਂ ਦੀ ਹੁੰਦੀ ਹੈ, ਬਨਸਪਤੀ ਪ੍ਰੋਟੀਨ ਅਤੇ ਜੀਵ ਪ੍ਰੋਟੀਨ। ਵਿਟਾਮਿਨ ਦੇ ਨਾਂ ਦੱਸੋ। ਤਾਂ ਵਿਟਾਮਿਨ ਦੋਸਤੋ ਵਿਟਾਮਿਨ ਦੇ ਨਾਮ ਹਨ A, B, C, D, E ਤੇ K। ਸਰੀਰ ਲਈ ਦੋਸਤੋ ਪਾਣੀ ਦੇ ਕਿਹੜੇ ਸੋਮੇ ਹਨ। ਤਾਂ ਦੋਸਤੋ ਪਾਣੀ ਸਾਨੂੰ ਕਈ ਖੁਰਾਕੀ ਤੱਤਾਂ ਜਿਵੇਂ ਕਿ ਦੁੱਧ, ਫਲ ਤੇ ਸਬਜ਼ੀਆਂ ਤੋਂ ਜਿਹੜਾ ਹੈਗਾ ਖਾਲਸ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਕੈਲੋਰੀ ਕੀ ਹੈ। ਤਾਂ ਦੋਸਤੋ ਭੋਜਨ ਦਾ ਤੱਤ ਨਾਪਣ ਦੀ ਸਭ ਤੋਂ ਛੋਟੀ ਇਕਾਈ ਕੈਲੋਰੀ ਹੈ। ਤਾਂ ਦੋਸਤੋ ਵਿਟਾਮਿਨ D ਦੇ ਕਮੀ ਨਾਲ ਕਿਹੜੇ ਰੋਗ ਹੋ ਜਾਂਦੇ ਹਨ। ਤਾਂ ਦੋਸਤੋ ਵਿਟਾਮਿਨ ਜਿਹੜਾ ਹੈਗਾ ਵਿਟਾਮਿਨ D ਨਹੀਂ, ਸੌਰੀ ਵਿਟਾਮਿਨ A ਹੈ ਇੱਥੇ। ਵਿਟਾਮਿਨ A ਦੀ ਕਮੀ ਨਾਲ ਦੋਸਤੋ ਜਿਹੜਾ ਹੈਗਾ ਅੰਦਰਾਤਾਂ ਦੇ ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈ ਕਿ ਆਇਓਡੀਨ ਦੀ ਜਿਹੜੀ ਹੈਗੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ। ਦੋਸਤੋ ਆਇਓਡੀਨ ਦੀ ਕਮੀ ਨਾਲ ਗਰਦਨ ਦਾ ਜਿਹੜਾ ਹੈਗਾ ਗਿੱਲੜ ਰੋਗ ਹੋ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਕਿ ਮਨੁੱਖ ਨੂੰ ਜੀਵਿਤ ਰਹਿਣ ਲਈ ਦੋਸਤੋ ਕਿਹੜੇ ਆ 2 ਚੀਜ਼ਾਂ ਦੀਆਂ ਹੀ ਲੋੜਾਂ ਹੈ ਮਨੁੱਖਾਂ ਨੂੰ ਦੋਸਤੋ ਜੀਵਿਤ ਰਹਿਣ ਲਈ। ਠੀਕ ਹੈ ਜੀ, ਹਵਾ ਤੇ ਪਾਣੀ ਦੀ ਲੋੜ ਹੈ। ਉਸ ਤੋਂ ਬਾਅਦ ਦੋਸਤੋ ਇੱਕ ਆਮ ਆਦਮੀ ਨੂੰ ਰੋਜ਼ਾਨਾ ਪ੍ਰੋਟੀਨ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਹੈ। ਤਾਂ ਦੋਸਤੋ ਇੱਕ ਆਮ ਆਦਮੀ ਨੂੰ ਰੋਜ਼ਾਨਾ ਪ੍ਰੋਟੀਨ ਦੀ 70 ਤੋਂ 100 ਗ੍ਰਾਮ ਮਾਤਰਾ ਲੈਣੀ ਚਾਹੀਦੀ ਹੈ। ਇੱਕ ਆਮ ਆਦਮੀ ਦੋਸਤੋ ਜਿਹੜਾ ਹੈਗਾ ਰੋਜ਼ਾਨਾ ਕਾਰਬੋਹਾਈਡਰੇਟਸ, ਠੀਕ ਹੈ, ਕਾਰਬੋਹਾਈਡਰੇਟਸ ਕਿੰਨੀ ਮਾਤਰਾ ਚਾਹੀਦੀ ਹੈ। ਤਾਂ ਦੋਸਤੋ ਇੱਕ ਆਮ ਆਦਮੀ ਲਈ ਦੋਸਤੋ ਰੋਜ਼ਾਨਾ 400 ਤੋਂ 700 ਗ੍ਰਾਮ ਕਾਰਬੋਹਾਈਡਰੇਟਸ ਦੀ ਮਾਤਰਾ ਚਾਹੀਦੀ ਹੈ। ਜਿਨ੍ਹਾਂ ਪਦਾਰਥਾਂ ਨੂੰ ਦੋਸਤੋ ਖਾਣ ਨਾਲ ਸਰੀਰ ਵਿੱਚ ਗਰਮੀ ਜਿਹੜੀ ਅਤੇ ਸ਼ਕਤੀ ਪੈਦਾ ਹੁੰਦੀ ਹੈ, ਨਵੇਂ ਤੰਤੂਆਂ ਦਾ ਨਿਰਮਾਣ ਹੁੰਦਾ ਹੈ, ਉਹਨਾਂ ਨੂੰ ਕੀ ਕਹਿੰਦੇ ਹਨ। ਤਾਂ ਦੋਸਤੋ ਉਸ ਨੂੰ ਭੋਜਨ ਕਹਿੰਦੇ ਹਨ। ਜਿਸ ਭੋਜਨ ਵਿੱਚ ਦੋਸਤੋ ਜਿਹੜੇ ਹੈਗੇ ਆ ਸਾਰੇ ਤੱਤ ਮਾਤਰਾ ਵਿੱਚ ਹੁਣ ਉਸ ਨੂੰ ਕੀ ਕਹਿੰਦੇ ਹਨ, ਸੰਤੁਲਿਤ ਭੋਜਨ। ਭੋਜਨ ਵਿੱਚ ਦੋਸਤੋ ਸੈੱਲ ਕਿਵੇਂ ਵੱਧਦੇ ਹਨ। ਤਾਂ ਦੋਸਤੋ ਪ੍ਰੋਟੀਨ ਦੇ ਹੋਣ ਕਰਕੇ ਸੈੱਲ ਵੱਧਦੇ ਹਨ। ਪ੍ਰੋਟੀਨ ਦੋਸਤੋ ਕਿਹੜੀ ਭਾਸ਼ਾ ਦਾ ਸ਼ਬਦ ਹੈ। ਤਾਂ ਦੋਸਤੋ ਯੂਨਾਨੀ ਭਾਸ਼ਾ ਦਾ ਇਹ ਸ਼ਬਦ ਹੈ। ਪ੍ਰੋਟੀਨ ਦੀ ਘਾਟ ਕਾਰਨ ਦੋਸਤੋ 1 ਸਾਲ ਤੋਂ 3 ਸਾਲ ਦੇ ਬੱਚਿਆਂ ਵਿੱਚ ਕਿਹੜੀ ਬਿਮਾਰੀ ਲੱਗ ਜਾਂਦੀ ਹੈ। ਤਾਂ ਦੋਸਤੋ ਉਹਨਾਂ ਨੂੰ ਜਿਹੜਾ ਹੈਗਾ ਵਾ ਕਵਾਸੀ ਉਰਕਰ, ਠੀਕ ਹੈ ਜੀ, ਇਸ ਦੀ ਬਿਮਾਰੀ। ਅਗਲਾ ਪ੍ਰਸ਼ਨ ਹੈ ਦੋਸਤੋ, ਕਵਾਸੀ ਉਰਕਰ ਦੇ ਕਿਹੜੇ ਲੱਛਣ ਹਨ। ਤਾਂ ਦੋਸਤੋ ਦੇਖੋ ਮੂੰਹ ਅਤੇ ਜਿਸਮ ਵਿੱਚ ਜਿਹੜੀ ਹੈਗੀ ਸੋਜਿਸ਼ ਹੋਣੀ, ਚਮੜੀ ਖੁਰਦਰੀ ਹੋ ਜਾਂਦੀ ਹੈ ਤੇ ਲਾਲ ਵੀ ਹੋ ਜਾਂਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੋਸਤੋ ਕਿ ਪਲੇਗਰਾ ਵਿੱਚ ਦੋਸਤੋ ਚਮੜੀ ਵੀ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ। ਤਾਂ ਦੋਸਤੋ ਖੁਰਦਰੀ ਅਤੇ ਖੁਸ਼ਕ ਹੋ ਜਾਂਦੀ ਹੈ। ਇੱਕ ਨੌਜਵਾਨ ਨੂੰ ਦੋਸਤੋ ਪ੍ਰਤੀ ਕਿਲੋ ਸਰੀਰ ਦੇ ਭਾਰ ਲਈ ਕਿੰਨੀ ਪ੍ਰੋਟੀਨ ਦੀ ਲੋੜ ਹੁੰਦੀ ਹੈ। ਤਾਂ ਦੋਸਤੋ 7 ਗ੍ਰਾਮ। ਭਾਰਤੀਆਂ ਲਈ ਦੋਸਤੋ ਜਿਹੜੀ ਹੈਗੀ ਖੁਰਾਕ ਵਿੱਚ ਕਾਰਬੋਹਾਈਡਰੇਟਸ ਦਾ ਕਿੰਨਾ ਹਿੱਸਾ ਹੁੰਦਾ ਹੈ। ਤਾਂ ਦੋਸਤੋ 70 ਤੋਂ 80% ਕਾਰਬੋਹਾਈਡਰੇਟਸ ਦੇ ਦੋਸਤੋ 2 ਸੋਮੇ ਲਿਖੋ। ਤਾਂ ਦੋਸਤੋ ਆਪਣਾ ਸ਼ੱਕਰ ਕੰਦੀ ਤੇ ਦੋਸਤੋ ਮੱਕੀ। ਕਾਰਬੋਹਾਈਡਰੇਟਸ ਦੀ ਦੋਸਤੋ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ। ਤਾਂ ਦੋਸਤੋ ਡਾਇਬਟੀਜ਼ ਦਾ ਰੋਗ ਜਿਹੜਾ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਹੈ ਕਿ ਕਾਰਬੋਹਾਈਡਰੇਟਸ ਦੇ ਵਾਧੇ ਦੇ ਨਾਲ ਦੋਸਤੋ ਕਿਹੜਾ ਰੋਗ ਹੋ ਜਾਂਦਾ ਹੈ। ਤਾਂ ਦੋਸਤੋ ਮੋਟਾਪਾ। ਇੱਕ ਆਮ ਆਦਮੀ ਦੇ ਭੋਜਨ ਲਈ ਦੋਸਤੋ ਰੋਜ਼ਾਨਾ ਕਿੰਨੀ ਚਰਬੀ ਦੀ ਲੋੜ ਹੁੰਦੀ ਹੈ। 50 ਤੋਂ 75 ਗ੍ਰਾਮ। ਠੀਕ ਹੈ ਜੀ। ਚਿਕਨਾਈ ਦੀ ਘਾਟ ਕਾਰਨ ਦੋਸਤੋ ਕਿਹੜੇ ਹੈਗੇ ਆ ਕਿਹੜੇ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਤਾਂ ਦੋਸਤੋ ਵਿਟਾਮਿਨ A, D, E ਅਤੇ K ਦੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਹੈਗੇ ਆ
ਕਿ ਸਰੀਰ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ ਅਤੇ ਪਾਣੀ ਦੀ ਕਿੰਨੀ ਮਾਤਰਾ ਹੁੰਦੀ ਹੈ? ਤਾਂ ਦੋਸਤੋ 96%। ਸਰੀਰ ਵਿੱਚ ਦੋਸਤੋ ਖਣਿਜ ਲੂਣ ਦੀ ਕਿੰਨੀ ਮਾਤਰਾ ਹੁੰਦੀ ਹੈ? ਤਾਂ ਦੋਸਤੋ 4%। ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਕੈਲਸ਼ੀਅਮ ਦੀ ਘਾਟ ਕਾਰਨ ਕਿਹੜੇ ਰੋਗ ਹੋ ਜਾਂਦੇ ਹਨ? ਤਾਂ ਦੋਸਤੋ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਸਾਡੇ ਸਰੀਰ ਵਿੱਚ ਕਿੰਨਾ ਹਿੱਸਾ ਪਾਣੀ ਹੁੰਦਾ ਹੈ? ਤਾਂ ਦੋਸਤੋ 2/3 ਪਾਣੀ ਜਿਹੜਾ ਹੈਗਾ ਹਿੱਸਾ ਹੁੰਦਾ ਹੈ। ਉਸ ਤੋਂ ਬਾਅਦ ਕਿ ਪਾਣੀ ਕਿਹੜੀਆਂ ਦੋ ਚੀਜ਼ਾਂ ਦੇ ਮੇਲ ਨਾਲ ਬਣਦਾ ਹੈ? ਤਾਂ ਦੋਸਤੋ ਆਕਸੀਜਨ ਅਤੇ ਹਾਈਡਰੋਜਨ ਦੇ ਮੇਲ ਨਾਲ ਬਣਦਾ ਹੈ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਕਿ ਕਿਹੜਾ ਵਿਟਾਮਿਨ ਚਰਬੀ ਵਿੱਚ ਜਿਹੜਾ ਹੈਗਾ ਘੁਲਣਸ਼ੀਲ ਜਿਹੜਾ ਹੈਗਾ ਹਨ? ਤਾਂ ਦੋਸਤੋ ਵਿਟਾਮਿਨ ਏ, ਡੀ, ਈ ਅਤੇ ਕੇ। ਦੋਸਤੋ ਕਿਹੜੇ ਕਿਹੜੇ ਵਿਟਾਮਿਨ ਪਾਣੀ ਦੇ ਵਿੱਚ ਘੁਲਣਸ਼ੀਲ ਜਿਹੜੇ ਹੈਗੇ ਆ ਹਨ? ਤਾਂ ਦੋਸਤੋ ਆਹ ਦੇਖ ਸਕਦੇ ਹੋ ਕਿ ਵਿਟਾਮਿਨ ਬੀ ਅਤੇ ਜਿਹੜਾ ਹੈਗਾ ਆਪਣਾ ਸੀ, ਠੀਕ ਹੈ ਜੀ, ਪਾਣੀ ਵਿੱਚ ਆਹ ਚਰਬੀ ਵਿੱਚ ਆ। ਅਤੇ ਜਿਹੜਾ ਅੰਦਰਾਤਾ ਰੋਗ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ? ਤਾਂ ਦੋਸਤੋ ਇਹ ਵਿਟਾਮਿਨ ਏ ਦੀ ਕਮੀ ਦੇ ਕਾਰਨ ਹੁੰਦਾ ਹੈ। ਕਿਹੜਾ ਵਿਟਾਮਿਨ ਦੋਸਤੋ ਨਾੜੀ ਪ੍ਰਭਾਵੀ ਨੂੰ ਠੀਕ ਤਰ੍ਹਾਂ ਦੋਸਤੋ ਕੰਮ ਕਰਨ ਦੀ ਵਿੱਚ ਮਦਦ ਕਰਦਾ ਹੈ? ਤਾਂ ਦੋਸਤੋ ਵਿਟਾਮਿਨ ਬੀ। ਅਤੇ ਅੱਗੇ ਹੈਗਾ ਦੋਸਤੋ ਸੁੱਕੇ ਮੇਵਿਆਂ ਤੋਂ ਕਿਹੜੀ ਜਿਹੜੀ ਹੈਗੀ ਆ ਚਰਬੀ ਮਿਲਦੀ ਹੈ? ਤਾਂ ਦੋਸਤੋ ਬਨਸਪਤੀ ਚਰਬੀ। ਚਰਬੀ ਦੇ ਦੋਸਤੋ ਵਧੇਰੇ ਮਾਤਰਾ ਲੈਣ ਨਾਲ ਕੀ ਹੁੰਦਾ ਹੈ? ਦੋਸਤੋ ਮੋਟਾਪਾ। ਦਹੀਂ ਤੋਂ ਦੋਸਤੋ ਕਿਹੜੀ ਚਰਬੀ ਮਿਲਦੀ ਹੈ? ਤਾਂ ਦੋਸਤੋ ਪਸ਼ੂ ਚਰਬੀ। ਅਤੇ ਅੱਗੇ ਹੈ ਦੋਸਤੋ ਕਿ ਹਾਂਜੀ ਬੇਰੀ ਦਾ ਰੋਗ ਕਿਹੜੇ ਵਿਟਾਮਿਨ ਦੀ ਘਾਟ ਕਰਕੇ ਹੁੰਦਾ ਹੈ? ਵਿਟਾਮਿਨ ਬੀ ਦੀ। ਤਾਜ਼ੇ ਫਲਾਂ ਅਤੇ ਸਬਜ਼ੀਆਂ ਤੋਂ ਕਿਹੜਾ ਵਿਟਾਮਿਨ ਮਿਲਦਾ ਹੈ? ਤਾਂ ਦੋਸਤੋ ਵਿਟਾਮਿਨ ਏ ਮਿਲਦਾ ਹੈ। ਉਸ ਤੋਂ ਬਾਅਦ ਹੈ ਆਪਣਾ ਅਗਲਾ ਪ੍ਰਸ਼ਨ ਕਿ ਸਾਰੇ ਅਨਾਜਾਂ ਜਿਹੜੀਆਂ ਹੈਗੀਆਂ ਨੇ ਦੋਸਤੋ ਛਿਲਕਿਆਂ ਵਾਲੀਆਂ ਦਾਲਾਂ ਵਿੱਚੋਂ ਦੋਸਤੋ ਕਿਹੜਾ ਵਿਟਾਮਿਨ ਮਿਲਦਾ ਹੈ? ਤਾਂ ਦੋਸਤੋ ਵਿਟਾਮਿਨ ਬੀ। ਅਤੇ ਅੱਗੇ ਹੈ ਦੋਸਤੋ ਖੱਟੇ ਰਸਦਾਰ ਫਲਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ? ਵਿਟਾਮਿਨ ਸੀ। ਕਿਸ ਵਿਟਾਮਿਨ ਦੀ ਘਾਟ ਨਾਲ ਦੋਸਤੋ ਦੰਦਾਂ ਜਿਹੜੀ ਹੈਗੀਆਂ ਨੇ ਆਪਣੀਆਂ ਪਾਇਰੀਆਂ ਰੋਗਾਂ ਨਾਲ ਲੱਗ ਜਾਂਦੀਆਂ ਹਨ? ਤਾਂ ਦੋਸਤੋ ਵਿਟਾਮਿਨ ਸੀ ਦੀ। ਅਤੇ ਉਸ ਤੋਂ ਬਾਅਦ ਕਿਸ ਵਿਟਾਮਿਨ ਦੀ ਘਾਟ ਕਾਰਨ ਦੋਸਤੋ ਜਿਹੜੀ ਹੈਗੀਆਂ ਨੇ ਜਿਹੜੇ ਹੈਗਾ ਅਨੀਮੀਆ ਹੋ ਜਾਂਦਾ ਹੈ? ਤਾਂ ਦੋਸਤੋ ਵਿਟਾਮਿਨ ਸੀ ਦੀ। ਅਤੇ ਦੋਸਤੋ ਕਿਹੜੇ ਵਿਟਾਮਿਨ ਦੰਦਾਂ ਦੇ ਦੋਸਤੋ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ? ਵਿਟਾਮਿਨ ਸੀ। ਅਤੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਸਰੀਰ ਵਿੱਚ ਕਿਹੜਾ ਹੈਗਾ ਵਿਟਾਮਿਨ ਦਾਖਲ ਹੋ ਜਾਂਦਾ ਹੈ? ਵਿਟਾਮਿਨ ਡੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੁਣ ਤੁਹਾਡੇ ਹੈਗੇ ਆ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖਦੇ ਆ। ਭੋਜਨ ਦੇ ਮੁੱਖ ਕੰਮ। ਤਾਂ ਦੋਸਤੋ ਭੋਜਨ ਦੇ ਮੁੱਖ ਕੰਮ ਹੇਠ ਲਿਖਾ ਹੋਏ ਹਨ, ਜਿਵੇਂ ਕਿ ਭੋਜਨ ਸਰੀਰ ਲਈ ਦੋਸਤੋ ਸ਼ਕਤੀ ਦਾ ਸੋਮਾ ਹੈ। ਭੋਜਨ ਸਰੀਰ ਦੇ ਤਾਪਮਾਨ ਨੂੰ ਦੋਸਤੋ ਸਥਿਰ ਰੱਖਣ ਵਿੱਚ ਸਹਾਇਤਾ ਕਰਦਾ ਹੈ। ਭੋਜਨ ਦੁਆਰਾ ਦੋਸਤੋ ਸਰੀਰ ਦਾ ਦੋਸਤੋ ਵਾਧਾ ਅਤੇ ਵਿਕਾਸ ਹੁੰਦਾ ਹੈ। ਭੋਜਨ ਦੋਸਤੋ ਬੇਜਾਨ ਸੈੱਲਾਂ ਨੂੰ ਮੁੜ ਜਿਹੜਾ ਹੈਗਾ ਸੁਰਜਿਤ ਕਰਦਾ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈਗਾ ਦੇਖ ਲਓ ਹਾਂਜੀ। ਤਾਂ ਦੇਖੋ ਦੋਸਤੋ ਹੁਣ ਹੈਗਾ ਦੋਸਤੋ ਵਿਟਾਮਿਨ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹਨ? ਤਾਂ ਦੋਸਤੋ ਵਿਟਾਮਿਨ ਸਾਡੇ ਮਨੁੱਖੀ ਸਰੀਰ ਲਈ ਬਹੁਤ ਹੀ ਜ਼ਰੂਰੀ ਹਨ। ਹੇਠ ਲਿਖੇ ਕਾਰਕਾਂ ਕਰਕੇ ਜਿਹੜਾ ਹੈਗਾ ਵਿਟਾਮਿਨ ਦੀ ਵਰਤੋਂ ਸਾਡੇ ਲਈ ਜ਼ਰੂਰੀ ਹੈ। ਵਿਟਾਮਿਨ ਪਾਚਨ ਕਿਰਿਆ ਦੀ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਦੋਸਤੋ ਬੱਚਿਆਂ ਦੇ ਜਿਹੜਾ ਹੈਗਾ ਵਿਕਾਸ ਲਈ ਸਹਾਇਕ ਹੁੰਦਾ ਹੈ। ਵਿਟਾਮਿਨ ਹੱਡੀਆਂ, ਦੰਦਾਂ ਅਤੇ ਦੋਸਤੋ ਮਸੂੜਿਆਂ ਨੂੰ ਵੀ ਦੋਸਤੋ ਮਜ਼ਬੂਤ ਬਣਾਉਂਦੇ ਹਨ। ਵਿਟਾਮਿਨ ਸਾਡੇ ਜਿਹੜੇ ਹੈਗਾ ਸਰੀਰ ਨੂੰ ਬਿਮਾਰੀਆਂ ਦਾ ਜਿਹੜਾ ਹੈਗਾ ਟਾਕਰਾ ਕਰਨ ਦੇ ਯੋਗ ਬਣਾਉਂਦੇ ਹਨ। ਖਣਿਜ ਲੂਣ ਦੇ ਲਾਭ ਦੱਸੋ? ਦੋਸਤੋ ਦੰਦਾਂ ਅਤੇ ਹੱਡੀਆਂ ਦਾ ਵਾਧਾ ਕਰਦੇ ਹਨ ਅਤੇ ਇਹਨਾਂ ਦਾ ਦੋਸਤੋ ਮਜ਼ਬੂਤ ਬਣਾਉਂਦੇ ਹਨ। ਖੂਨ ਦਾ ਦੋਸਤੋ ਰੰਗ ਲਾਲ ਬਣਾਉਂਦੇ ਹਨ ਅਤੇ ਸਰੀਰ ਜਿਹੜੇ ਹੈਗੇ ਕੰਮਾਂ ਨੂੰ ਚਲਾਉਣ ਵਿੱਚ ਦੋਸਤੋ ਸਹਾਇਤਾ ਕਰਦੇ ਹਨ। ਜਿਹੜਾ ਅੱਗੇ ਹੈਗਾ ਦੋਸਤੋ ਕੈਲਸ਼ੀਅਮ ਖੂਨ ਦੇ ਜਿਹੜੇ ਹੈਗੇ ਜਮਾਂ ਵਿੱਚ ਹਿੱਸਾ ਪਾਉਂਦੇ ਹਨ। ਅੱਗੇ ਦੋਸਤੋ ਕਿ ਪ੍ਰੋਟੀਨ ਦੇ ਕੀ ਲਾਭ ਹਨ? ਤਾਂ ਦੋਸਤੋ ਪ੍ਰੋਟੀਨ ਦਾ ਮੁੱਖ ਕੰਮ ਉਹਨਾਂ ਸੈੱਲ ਦੀ ਮੁਰੰਮਤ ਕਰਨਾ ਹੈ ਜੋ ਕੰਮ ਕਰਨ ਦੌਰਾਨ ਦੋਸਤੋ ਢੁੱਡ ਭੱਜ ਜਾਂਦੇ ਹਨ। ਇਹ ਸਰੀਰ ਦਾ ਦੋਸਤੋ ਤਾਪਮਾਨ ਠੀਕ ਪੱਧਰ 'ਤੇ ਰੱਖਦੇ ਹਨ। ਪ੍ਰੋਟੀਨ ਚਰਬੀ ਅਤੇ ਕਾਰਬੋਹਾਈਡਰੇਟਸ ਦੀ ਜਿਹੜੀ ਹੈਗੀ ਆ ਘਾਟ ਨੂੰ ਪੂਰਾ ਰੱਖਦੀ ਹੈ। ਪ੍ਰੋਟੀਨ ਸਰੀਰਕ ਵਾਧੇ ਦੇ ਵਿਕਾਸ ਵਿੱਚ ਵੀ ਸਹਾਈ ਹੁੰਦੀ ਹੈ। ਅੱਗੇ ਹੈ ਦੋਸਤੋ ਪਾਣੀ ਦੇ ਸਾਡੇ ਸਰੀਰ ਵਿੱਚ ਨੂੰ ਕੀ ਲਾਭ ਹੈ? ਤਾਂ ਦੋਸਤੋ ਦੇਖੋ ਪਾਣੀ ਸਰੀਰ ਦੇ ਲਹੂ ਚੱਕਰ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਪਾਣੀ ਦੇ ਰਾਹੀਂ ਦੋਸਤੋ ਖੁਰਾਕੀ ਤੱਤ ਲਹੂ ਵਿੱਚ ਰੁਲਦੇ ਹਨ। ਪਾਣੀ ਦੋਸਤੋ ਸਰੀਰ ਦੇ ਤਾਪਮਾਨ ਨੂੰ ਇਕਸਾਰ ਰੱਖਦਾ ਹੈ। ਪਾਣੀ ਸਰੀਰ ਉੱਤੇ ਠੀਕ ਹੈ ਜਿਹੜਾ ਫੋਕਟ ਯਾਨੀ ਕਿ ਫਾਲਤੂ ਪਦਾਰਥਾਂ ਦਾ ਵੀ ਜਿਹੜਾ ਹੈਗਾ ਨਿਕਾਸ ਕਰਦਾ ਹੈ। ਅੱਗੇ ਹੈ ਦੋਸਤੋ ਚਿਕਨਾਈ ਯਾਨੀ ਕਿ ਚਰਬੀ ਤੋਂ ਜ਼ਿਆਦਾ ਹੋਣ ਦੇ ਨੁਕਸਾਨ ਕੀ ਹਨ? ਤਾਂ ਦੋਸਤੋ ਦੇਖੋ ਚਿਕਨਾਈ ਚਰਬੀ ਦੇ ਜ਼ਿਆਦਾ ਹੋਣ ਦੇ ਦੋਸਤੋ ਜਿਹੜੇ ਹੈਗੇ ਬਹੁਤ ਨੁਕਸਾਨ ਹਨ। ਇਸ ਦੀ ਵੱਧ ਵਰਤੋਂ ਨਾਲ ਦੋਸਤੋ ਸ਼ੱਕਰ ਦੀ ਬਿਮਾਰੀ ਹੋ ਜਾਂਦੀ ਹੈ, ਹਾਜ਼ਮਾ ਖਰਾਬ ਹੋ ਜਾਂਦਾ ਹੈ, ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਚਿਕਨਾਈ ਦੀ ਵੱਧ ਵਰਤੋਂ ਨਾਲ ਦੋਸਤੋ ਸਰੀਰ ਮੋਟਾ ਹੋ ਜਾਂਦਾ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਕਿ ਕਾਰਬੋਹਾਈਡਰੇਟਸ ਦੀ ਕਮੀ ਨਾਲ ਕੀ ਨੁਕਸਾਨ ਹੁੰਦੇ ਹਨ? ਤਾਂ ਦੋਸਤੋ ਕਾਰਬੋਹਾਈਡਰੇਟਸ ਦੀ ਕਮੀ ਨਾਲ ਦੋਸਤੋ ਨੁਕਸਾਨ ਇਹ ਹਨ ਕਿ ਬਈ ਕਮੀ ਕਾਰਨ ਦੋਸਤੋ ਸਰੀਰ ਵਿੱਚ ਪਾਈ ਚਰਬੀ ਚੰਗੀ ਤਰ੍ਹਾਂ ਦੋਸਤੋ ਹਜਮ ਨਹੀਂ ਹੁੰਦੀ ਹੈ, ਠੀਕ ਹੈ ਜੀ। ਅਤੇ ਇਸ ਦੀ ਦੋਸਤੋ ਕਮੀ ਨਾਲ ਸਰੀਰ ਵਿੱਚ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀ ਜਿਹੜੀ ਹੈਗੀ ਮੌਤ ਵੀ ਹੋ ਸਕਦੀ ਹੈ, ਠੀਕ ਹੈ ਜੀ। ਅਤੇ ਹਾਂਜੀ ਅਗਲਾ ਹੈ ਕਿ ਇਸ ਦੀ ਕਮੀ ਨਾਲ ਦੋਸਤੋ ਜਿਹੜੀ ਹੈਗੀ ਅੰਤੜੀਆਂ ਦੀ ਪੂਰੀ ਸਫਾਈ ਵੀ ਜਿਹੜੀ ਹੈਗੀ ਆ ਉਹ ਨਹੀਂ ਹੋ ਸਕਦੀ ਹੈ, ਠੀਕ ਹੈ। ਅਤੇ ਅਗਲਾ ਹੈ ਦੋਸਤੋ ਕਿ ਇਸ ਦੀ ਕਮੀ ਨਾਲ ਜਿਹੜੇ ਆਪਣੇ ਹਾਂਜੀ ਹਿਰਦੇ ਨੇ ਜਾਂ ਇੱਥੇ ਸਹਿਦੇ ਲਿਖਿਆ ਹੋਇਆ, ਸਹਿਦੇ ਵਿੱਚ ਦੋਸਤੋ ਜਿਹੜੀ ਹੈਗੀ ਆ ਤੇਜ਼ਾਬੀ ਤੱਤ ਵੀ ਦੋਸਤੋ ਹੈਗੀ ਆ ਜਿਹੜੇ ਜਾਂਦੇ ਹਨ ਜੋ ਸਰੀਰ ਲਈ ਹਾਨੀਕਾਰਕ ਹਨ। ਅੱਗੇ ਦੇਖਦੇ ਹਾਂ ਦੋਸਤੋ ਤੁਹਾਡਾ ਇਹ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਸੰਤੁਲਿਤ ਭੋਜਨ ਦੇ ਦੋਸਤੋ ਵੱਖ ਜਿਹੜੇ ਹੈਗੇ ਆ ਤੱਤ ਕਿਹੜੇ ਹਨ? ਤਾਂ ਦੋਸਤੋ ਸੰਤੁਲਿਤ ਭੋਜਨ ਦੇ ਉਹ ਭੋਜਨ ਹੈ ਜਿਸ ਵਿੱਚ ਦੋਸਤੋ ਸਰੀਰ ਨੂੰ ਦੋਸਤੋ ਲੋੜੀਂਦੇ ਸਾਰੇ ਜ਼ਰੂਰਤੀ
ਜਿਹੜੇ ਹੈਗੇ ਤੱਤ ਨਿਯਤ ਮਾਤਰਾ ਵਿੱਚ ਮਿਲਦੇ ਹਨ। ਉਹ ਤੱਤ ਹਨ ਦੋਸਤੋ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਖਣਿਜ, ਲੂਣ, ਪਾਣੀ, ਵਿਟਾਮਿਨ ਤੇ ਫੋਕਟ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈ ਕਿ ਪ੍ਰੋਟੀਨ ਜਿਹੜਾ ਹੈਗਾ ਯੂਨਾਨੀ ਭਾਸ਼ਾ ਦਾ ਦੋਸਤੋ ਸ਼ਬਦ ਹੈ। ਠੀਕ ਹੈ, ਇਸ ਦਾ ਅਰਥ ਹੈ ਕਿ ਪਹਿਲਾ ਆਉਣਾ ਅਤੇ ਪ੍ਰੋਟੀਨ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਗੰਧਕ ਅਤੇ ਫਾਸਫੋਰਸ ਦੇ ਰਸਾਇਣਿਕ ਮੇਲ ਨਾਲ ਇੱਕ ਮਿਸ਼ਰਿਤ ਪਦਾਰਥ ਬਣਦਾ ਹੈ। ਪ੍ਰੋਟੀਨ ਦੇ ਦੋ ਪ੍ਰਕਾਰ ਦੀ ਹੁੰਦੀ ਹੈ। ਤਾਂ ਦੋਸਤੋ ਕਿਹੜੀ ਹੁੰਦੀ ਹੈ? ਇੱਕ ਤਾਂ ਹੁੰਦੀ ਹੈ ਦੋਸਤੋ ਬਨਸਪਤੀ ਪ੍ਰੋਟੀਨ, ਦੂਸਰੀ ਪਸ਼ੂ ਪ੍ਰੋਟੀਨ। ਤੇ ਬਨਸਪਤੀ ਪ੍ਰੋਟੀਨ ਦੋਸਤੋ ਇਹ ਬਨਸਪਤੀ ਤੋਂ ਮਿਲਦੀ ਹੈ, ਪਸ਼ੂ ਪ੍ਰੋਟੀਨ ਦੋਸਤੋ ਇਹ ਪਸ਼ੂਆਂ ਤੋਂ ਮਿਲਦੀ ਹੈ। ਤੇ ਦੂਸਰਾ ਪੁਆਇੰਟ ਕੀ ਹੈ ਦੋਸਤੋ ਆਪਣਾ ਕਾਰਬੋਹਾਈਡਰੇਟਸ। ਇਹ ਦੋਸਤੋ ਸਰੀਰ ਨੂੰ ਸਭ ਤੋਂ ਵੱਧ ਸ਼ਕਤੀ ਦੇ ਗਰਮੀ ਜਿਹੜੀ ਹੈਗੀ ਆ ਪ੍ਰਦਾਨ ਕਰਦੀ ਹੈ। ਕਾਰਬੋਹਾਈਡਰੇਟਸ ਕਿਹੜਾ ਪੁਆਇੰਟ ਹੈ ਦੋਸਤੋ, ਇਹ ਧਿਆਨ ਰੱਖਿਓ, ਆਹੀ ਕੁਐਸਚਨ ਆ। ਠੀਕ ਹੈ ਜੀ। ਸੰਤੁਲਿਤ ਭੋਜਨ ਦੇ ਜਿਹੜੇ ਹੈਗੇ ਵੱਖ-ਵੱਖ ਤੱਤ ਕਿਹੜੇ ਹਨ? ਤਾਂ ਦੋਸਤੋ ਪਹਿਲਾ ਤੱਤ ਆਪਾਂ ਕਰ ਚੁੱਕੇ ਹਾਂ ਪ੍ਰੋਟੀਨ। ਠੀਕ ਹੈ ਜੀ। ਤੇ ਦੂਸਰਾ ਤੱਤ ਹੈਗਾ ਕਾਰਬੋਹਾਈਡਰੇਟਸ। ਠੀਕ ਹੈ ਜੀ। ਤਾਂ ਦੇਖੋ ਇਹ ਸਰੀਰ ਨੂੰ ਦੋਸਤੋ ਸਭ ਤੋਂ ਵੱਧ ਸ਼ਕਤੀ ਤੇ ਗਰਮੀ ਪ੍ਰਦਾਨ ਕਰਦੀ ਹੈ। ਇਹ ਦੋਸਤੋ ਸ਼ੱਕਰ ਅਤੇ ਖਾਣ ਵਾਲੀਆਂ ਫਸਲਾਂ ਦੇ ਰੂਪ ਵਿੱਚ ਮਿਲਦੀ ਹੈ। ਭਾਰਤੀਆਂ ਲਈ ਦੋਸਤੋ ਜਿਹੜੀ ਹੈਗੀ ਹੈ ਇਹ ਖੁਰਾਕ 70 ਤੋਂ 80% ਜਿਹੜੀ ਹੈਗਾ ਹਿੱਸਾ ਇਸ ਤੱਤ ਨਾਲ ਪੂਰਾ ਕੀਤਾ ਜਾਂਦਾ ਹੈ। ਅਗਲਾ ਪੁਆਇੰਟ ਹੈ ਚਰਬੀ। ਤਾਂ ਦੋਸਤੋ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਪਸ਼ੂ ਚਰਬੀ ਤੇ ਆਪਣੀ ਦੋਸਤੋ ਬਨਸਪਤੀ ਚਰਬੀ। ਤਾਂ ਦੋਸਤੋ ਦੇਖੋ ਖਣਿਜ ਲੂਣ ਜਿਹੜਾ ਹੈਗਾ ਦੋਸਤੋ ਸਰੀਰ ਦੀ ਜਿਹੜੇ ਖਣਿਜ ਲੂਣ ਜਿਹੜੇ ਹੁੰਦੇ ਹਨ, ਠੀਕ ਹੈ ਜੀ, ਪਾਏ ਜਾਂਦੇ ਹਨ। ਅਤੇ ਦੋਸਤੋ ਸਰੀਰ ਵਿੱਚ ਜਿਨ੍ਹਾਂ ਖਣਿਜ ਲੂਣ ਦੀ ਜਿਹੜੀ ਹੈਗੀ ਵਧੇਰੇ ਜ਼ਰੂਰਤ ਹੁੰਦੀ ਹੈ ਉਹਨਾਂ ਹੀ ਦੋਸਤੋ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਕਲੋਰੀ, ਪੋਟਾਸ਼ੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਮੈਗਨੀਜ਼ ਕਦਰ ਆਉਂਦੀਆਂ ਜਿਹੜੀ ਆਇਓਡੀਨ ਅਤੇ ਜ਼ਿੰਕ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਦੋਸਤੋ ਪਾਣੀ ਪੁਆਇੰਟ ਆਪਣਾ। ਤਾਂ ਦੇਖੋ ਪਾਣੀ ਸਾਡੇ ਸਰੀਰ ਦਾ ਦੋਸਤੋ ਜਿਹੜਾ ਹੈਗਾ ਵਾ ਜਿਹੜਾ ਹਿੱਸਾ ਹੁੰਦਾ 2.3। ਠੀਕ ਹੈ ਜੀ। 2.3 ਹਿੱਸਾ ਦੋਸਤੋ ਪਾਣੀ ਦਾ ਹੀ ਜਿਹੜਾ ਹੁੰਦਾ ਹੈ। ਇਸ ਦਾ ਦੋਸਤੋ ਸਰੀਰਕ ਲੋੜ ਹੋਣ 'ਤੇ ਦੂਜੇ ਦਰਜੇ 'ਤੇ ਹੁੰਦੀ ਹੈ। ਖੁਰਾਕ ਨਾ ਦੋਸਤੋ ਖਾਈਏ ਤਾਂ ਦੋਸਤੋ ਮਹੀਨੇ ਤੋਂ ਵੱਧ ਜਿੰਦਾ ਰਹਿ ਸਕਦੇ ਹਾਂ, ਪਰ ਦੋਸਤੋ ਜੇ ਪਾਣੀ ਨਾ ਮਿਲੇ ਤਾਂ ਅਸੀਂ ਕੁਝ ਦਿਨਾਂ ਤੱਕ ਹੀ ਜਿਉਂਦੇ ਰਹਿ ਸਕਦੇ ਹਾਂ। ਇਸ ਲਈ ਦੋਸਤੋ ਇਹ ਆਕਸੀਜਨ ਅਤੇ ਦੋਸਤੋ ਹਾਈਡਰੋਜਨ ਦੇ ਮੇਲ ਨਾਲ ਬਣਦੀ ਹੈ। ਅਗਲਾ ਪੁਆਇੰਟ ਹੈ ਵਿਟਾਮਿਨਸ। ਤਾਂ ਦੇਖੋ ਦੋਸਤੋ ਵਿਟਾਮਿਨ ਮਨੁੱਖੀ ਸਰੀਰ ਲਈ ਦੋਸਤੋ ਬਹੁਤ ਹੀ ਜਿਹੜਾ ਹੈਗਾ ਮਹੱਤਵਪੂਰਨ ਹਨ। ਸਰੀਰ ਦੇ ਦੋਸਤੋ ਸਾਰੇ ਭਾਗਾਂ ਵਿੱਚ ਵਿਟਾਮਿਨ ਭਾਵੇਂ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਪਾਏ ਜਾਂਦੇ ਹਨ, ਪਰ ਦੋਸਤੋ ਇਹਨਾਂ ਦੇ ਬਹੁਤ ਹੀ ਲਾਭ ਹਨ। ਇਹਨਾਂ ਬਿਨਾਂ ਸਰੀਰ ਦਾ ਦੋਸਤੋ ਕੋਈ ਵੀ ਕੰਮ ਜਿਹੜਾ ਹੈਗਾ ਸੀ ਨਹੀਂ ਹੋ ਸਕਦਾ ਹੈ। ਵਿਟਾਮਿਨਜ਼ ਰਹਿਤ ਭੋਜਨ ਦੋਸਤੋ ਸੰਤੁਲਿਤ ਭੋਜਨ ਨਹੀਂ ਅਖਵਾ ਸਕਦਾ। ਠੀਕ ਹੈ ਜੀ। ਤੇ ਅਗਲਾ ਹੈ ਦੋਸਤੋ ਫੋਕਟ ਦੋਸਤੋ ਕੱਚੀਆਂ ਸਬਜ਼ੀਆਂ, ਛਿਲਕੇ ਵਾਲੇ ਅਨਾਜ ਤੇ ਆਪਣਾ ਦੋਸਤੋ ਆਪਣਾ ਅਣਛਾਣਿਆ ਆਟਾ ਫੋਕਟ ਕਹਿਲਾਉਂਦੇ ਹਨ। ਠੀਕ ਹੈ ਜੀ। ਇਹ ਵੀ ਦੋਸਤੋ ਸੰਤੁਲਿਤ ਭੋਜਨ ਲਈ ਅਤੀ ਲੋੜੀਂਦੇ ਹਨ। ਇਹ ਦੋਸਤੋ ਅੰਤੜੀਆਂ ਦੀ ਸਫਾਈ ਲਈ ਜਿਹੜਾ ਹੈਗਾ ਕਰਦੇ ਹਨ। ਤੇ ਉਸ ਤੋਂ ਬਾਅਦ ਹੈਗਾ ਆਪਣਾ ਦੂਸਰਾ ਪ੍ਰਸ਼ਨ ਕੀ ਹੈ ਕਿ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਦੋਸਤੋ ਚਿਕਨਾਈ ਪ੍ਰਾਪਤੀ ਦੇ ਕੀ ਆਪਣੇ ਹੈਗੇ ਸਾਧਨ ਹਨ ਅਤੇ ਇਹਨਾਂ ਦੀ ਦੋਸਤੋ ਉਚਿਤ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ? ਤਾਂ ਇਸ ਦਾ ਆਨਸਰ ਦੇਖਦੇ ਹਾਂ ਕੀ ਹੈ। ਤਾਂ ਦੋਸਤੋ ਦੇਖੋ ਪ੍ਰੋਟੀਨ ਪ੍ਰਾਪਤੀ ਦੇ ਜਿਹੜੇ ਹੈਗੇ ਸੋਮੇ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਬਨਸਪਤੀ ਪ੍ਰੋਟੀਨ ਤੇ ਆਪਣਾ ਪਸ਼ੂ ਪ੍ਰੋਟੀਨ। ਬਨਸਪਤੀ ਪ੍ਰੋਟੀਨ ਦੋਸਤੋ ਇਹ ਜ਼ਿਆਦਾ ਸੋਇਆਬੀਨ, ਮੂੰਗਫਲੀ, ਮਸਰ ਤੇ ਆਪਣਾ ਦੋਸਤੋ ਲੋਬੀਆ, ਛੋਲੇ, ਮਾਂ ਅਤੇ ਮੂੰਗੀ ਦੀਆਂ ਦਾਲਾਂ ਅਤੇ ਕਾਜੂ, ਬਦਾਮ, ਪਿਸਤਾ, ਖੁਸ਼ਕ ਮਟਰ ਤੇ ਅਖਰੋਟ, ਕਣਕ, ਬਾਜਰਾ, ਮੱਕੀ, ਚਾਵਲ ਵਿੱਚ ਮਿਲਦੀ ਹੈ। ਤੇ ਪਸ਼ੂ ਪ੍ਰੋਟੀਨ ਦੋਸਤੋ ਜਿਹੜਾ ਹੈਗਾ ਵਾ ਇਹ ਪਨੀਰ, ਕਲੇਜੀ, ਮਾਸ, ਮੱਛੀ ਤੇ ਆਂਡਾ, ਦੁੱਧ, ਦਹੀਂ ਵਿੱਚ ਪਾਈ ਜਾਂਦੀ ਹੈ। ਪ੍ਰੋਟੀਨ ਦੀ ਮਾਤਰਾ ਦੋਸਤੋ ਦੇਖੋ 1 ਸਾਲ ਤੋਂ ਦੋਸਤੋ 6 ਸਾਲ ਦੇ ਬੱਚੇ ਨੂੰ, ਠੀਕ ਹੈ ਜੀ, ਪ੍ਰੋਟੀਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਨੌਜਵਾਨ ਨੂੰ ਦੋਸਤੋ ਜਿੱਥੇ ਪ੍ਰਤੀ ਕਿਲੋਗ੍ਰਾਮ ਸਰੀਰ ਦੇ ਲਈ ਦੋਸਤੋ ਭਾਲ ਲਈ ਦੋਸਤੋ 7 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ ਅਤੇ ਬੱਚਿਆਂ ਲਈ ਦੋਸਤੋ ਇਸ ਤੋਂ ਵੀ ਵੱਧ ਪ੍ਰੋਟੀਨ ਦੀ ਲੋੜ ਹੁੰਦੀ ਹੈ। ਆਮ ਆਦਮੀ ਨੂੰ ਦੋਸਤੋ 70 ਤੋਂ 100 ਗ੍ਰਾਮ ਤੱਕ ਰੋਜ਼ਾਨਾ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ। ਅੱਗੇ ਹੈ ਦੋਸਤੋ ਕਾਰਬੋਹਾਈਡਰੇਟਸ ਪ੍ਰਾਪਤੀ ਦੇ ਸੋਮੇ ਦੇ ਸ਼ੱਕਰ ਦੇ ਰੂਪ ਵਿੱਚ ਦੋਸਤੋ ਇਹ ਖੰਡ, ਗੁੜ, ਸ਼ਹਿਦ ਤੇ ਆਪਣੇ ਸੁੱਕੇ ਮੇਵੇ, ਗਾਜਰ, ਅੰਗੂਰ ਆਦਿ ਫਲਾਂ ਤੋਂ ਮਿਲਦੇ ਹਨ। ਠੀਕ ਹੈ ਜੀ। ਤੇ ਦੋਸਤੋ ਆਪਣਾ ਹੈ ਦੋਸਤੋ ਇਸ ਤੋਂ ਬਾਅਦ ਕਿ ਇਹ ਸਾਨੂੰ ਨਸ਼ਾਸਤੇ ਦੇ ਰੂਪ ਵਿੱਚ ਜਿਹੜੇ ਹੈਗੇ ਆ, ਹਾਂਜੀ, ਨਸ਼ਾਸਤੇ ਦੇ ਰੂਪ ਵਿੱਚ ਇਹ ਸਾਨੂੰ ਚਾਵਲ, ਕਣਕ, ਜਵਾਰ, ਜੌਂ, ਮਸਰ, ਬਾਜਰਾ, ਮੱਕੀ, ਛੋਲੇ, ਲੋਬੀਆ ਤੇ ਆਪਣਾ ਦੋਸਤੋ ਸ਼ੱਕਰਕੰਦੀ ਤੇ ਆਲੂ ਤੋਂ ਮਿਲਦੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈ ਕਿ ਖਣਿਜ ਲੂਣ ਦੇ ਵਿਟਾਮਿਨਸ ਦੇ ਲਾਭ ਦੱਸੋ। ਤਾਂ ਦੋਸਤੋ ਖਣਿਜ ਲੂਣ ਤੇ ਲਾਭ। ਤਾਂ ਦੇਖੋ ਖਣਿਜ ਲੂਣ ਦੇ ਲਾਭ ਕੀ ਹਨ। ਖਣਿਜ ਲੂਣ ਦੋਸਤੋ ਜਿਹੜੀ ਹੈਗੀ ਆ ਉਹ ਦੰਦਾਂ ਤੇ ਹੱਡੀਆਂ ਦਾ ਦੋਸਤੋ ਵਾਧਾ ਕਰਦੇ ਹਨ ਅਤੇ ਦੋਸਤੋ ਇਹਨਾਂ ਨੂੰ ਮਜ਼ਬੂਤ ਬਣਾਉਂਦੇ ਹਨ। ਸਰੀਰ ਦੇ ਦੋਸਤੋ ਸਾਰੇ ਕੰਮਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਦੋਸਤੋ ਖਣਿਜ ਪਦਾਰਥਾਂ ਦਾ ਬਹੁਤ ਹੀ ਮਦਦਗਾਰ ਹੁੰਦੇ ਹਨ। ਜਿਵੇਂ ਕਿ ਦੋਸਤੋ ਦਿਲ ਦਾ ਕੰਮ ਚਲਾਉਣ ਲਈ ਖਣਿਜ ਲਈ ਦੋਸਤੋ ਜਿਹੜਾ ਹੈਗਾ ਲੂਣ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਖਣਿਜ ਲੂਣ ਦੋਸਤੋ ਜਿਹੜਾ ਹੈਗਾ ਪੱਠਿਆਂ ਦੇ ਦੋਸਤੋ ਤੰਤੂਆਂ ਦਾ ਵਾਧਾ ਕਰਦੇ ਹਨ। ਖਣਿਜ ਲੂਣ ਦੋਸਤੋ ਖੂਨ ਦਾ ਰੰਗ ਲਾਲ ਬਣਾਉਂਦੇ ਹਨ। ਕੈਲਸ਼ੀਅਮ ਖੂਨ ਦਾ ਦੋਸਤੋ ਜਿਹੜਾ ਹੈਗਾ ਜਮਾਂ ਵਿੱਚ ਹਿੱਸਾ ਪਾਉਂਦੇ ਹਨ। ਵਿਟਾਮਿਨਸ ਦੇ ਲਾਭ ਦੋਸਤੋ ਸਰੀਰ ਦੇ ਜਿਹੜੇ ਹੈਗੇ ਅਲੱਗ-ਅਲੱਗ
ਅੰਗਾਂ ਨੂੰ ਦੋਸਤੋ ਅਲੱਗ ਅਲੱਗ ਜਿਹੜੇ ਹੈਗੇ ਆ ਵਿਟਾਮਿਨਸ ਲਾਭ ਪਹੁੰਚਾਉਂਦੀਆਂ ਹਨ। ਵਿਟਾਮਿਨਸ ਦੇ ਵੱਖ-ਵੱਖ ਲਾਭ ਇਸ ਤਰ੍ਹਾਂ ਹਨ। ਤਾਂ ਦੋਸਤੋ ਵਿਟਾਮਿਨਸ ਦੇ ਲਾਭ ਕੀ ਹਨ, ਦੇਖੋ ਇਹ ਅੱਖਾਂ ਦੀ ਜਿਹੜੀ ਹੈਗੀ ਆ ਸੈਦਾ ਅਤੇ ਦੋਸਤੋ ਅੰਤੜੀਆਂ ਦੀਆਂ ਜਿਹੜੀ ਹੈਗੀਆਂ ਨੇ ਝਿੱਲੀਆਂ ਨੂੰ ਦੋਸਤੋ ਜਿਹੜਾ ਮਜ਼ਬੂਤ ਕਰਦਾ ਹੈ ਤੇ ਛੂਤ ਦੇ ਰੋਗ ਦੋਸਤੋ ਬਚਾਉਂਦਾ ਹੈ, ਭੁੱਖ ਵਧਾਉਂਦਾ ਹੈ ਤੇ ਪਾਚਨ ਕਿਰਿਆ ਠੀਕ ਰੱਖਦਾ ਹੈ। ਸਰੀਰ ਨੂੰ ਦੋਸਤੋ ਬਣਾਉਣ ਤੇ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਟਾਮਿਨ ਦੀ ਬੱਚਿਆਂ ਨੂੰ ਦੋਸਤੋ ਬੜੀ ਹੀ ਜ਼ਰੂਰਤ ਹੁੰਦੀ ਹੈ। ਉਸ ਤੋਂ ਬਾਅਦ ਹੈ ਦੋਸਤੋ ਵਿਟਾਮਿਨ ਬੀ ਦੇ ਲਾਭ ਤੇ ਦਿਮਾਗ ਨੂੰ ਸ਼ਕਤੀ ਦਿੰਦਾ ਹੈ ਦੋਸਤੋ। ਨਾਲ ਹੀ ਦੋਸਤੋ ਜਿਹੜੀ ਹੈਗੀ ਆ ਨਾੜੀ ਪ੍ਰਣਾਲੀ ਠੀਕ ਤਰ੍ਹਾਂ ਦੋਸਤੋ ਕੰਮ ਕਰਦੀ ਹੈ। ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਦੇ ਵਾਧੇ ਲਈ ਦੋਸਤੋ ਇਹ ਸਹਾਈ ਹੁੰਦੀ ਹੈ। ਪਾਚਨ ਸ਼ਕਤੀ ਨੂੰ ਠੀਕ ਹੁੰਦੀ ਹੈ, ਭੁੱਖ ਲੱਗਦੀ ਹੈ, ਚਮੜੀ ਨੂੰ ਇਹ ਠੀਕ ਰੱਖਦਾ ਹੈ। ਵਿਟਾਮਿਨ ਸੀ ਦੇ ਦੋਸਤੋ ਲਾਭ ਕੀ ਹਨ, ਜ਼ੁਕਾਮ ਹੋਣ 'ਤੇ ਦੋਸਤੋ ਇਹ ਰੋਕਦਾ ਹੈ, ਠੀਕ ਹੈ ਜੀ। ਸਰੀਰ ਨੂੰ ਦੋਸਤੋ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਦੰਦਾਂ ਤੇ ਮਸੋੜਿਆਂ ਨੂੰ ਮਜ਼ਬੂਤ ਕਰਦਾ ਹੈ, ਜ਼ਖਮਾਂ ਤੇ ਛੇਤੀ ਭਰਨ ਅਤੇ ਟੁੱਟੀਆਂ ਹੱਡੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਤੇ ਉਸ ਤੋਂ ਬਾਅਦ ਹੈ ਦੋਸਤੋ ਵਿਟਾਮਿਨ ਡੀ ਦੇ ਲਾਭ ਦਾ ਦੋਸਤੋ ਦੇਖੋ ਵਿਟਾਮਿਨ ਡੀ ਯਾਨੀ ਕਿ ਦੋਸਤੋ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ, ਠੀਕ ਹੈ। ਵਿਟਾਮਿਨ ਈ ਦੇ ਲਾਭ ਇਹ ਹੈ ਕਿ ਉਤਪਾਦਨ ਸ਼ਕਤੀ ਨੂੰ ਇਹ ਵਧਾਉਂਦਾ ਹੈ। ਵਿਟਾਮਿਨ ਕੇ ਦਾ ਲਾਭ ਇਹ ਹੈ ਕਿ ਲਹੂ ਜੰਮਣ ਦੀ ਕਿਰਿਆ ਲਈ ਬਹੁਤ ਇਹ ਜ਼ਰੂਰੀ ਹੈ। ਅਗਲਾ ਪ੍ਰਸ਼ਨ ਕੀ ਹੈ ਦੋਸਤੋ ਕਿ ਪਾਣੀ ਖਣਿਜ ਦੇ ਵਿਟਾਮਿਨਸ ਈ ਦੀ ਕਮੀ ਦੇ ਨੁਕਸਾਨ ਦੱਸੋ। ਤਾਂ ਦੋਸਤੋ ਪਾਣੀ ਦੀ ਕਮੀ ਦੇ ਨੁਕਸਾਨ, ਤਾਂ ਦੋਸਤੋ ਘੱਟ ਪਾਣੀ ਪੀਣ ਨਾਲ ਬਹੁਤ ਨੁਕਸਾਨ ਹੁੰਦੇ ਹਨ। ਖਾਧਾ ਹੋਇਆ ਦੋਸਤੋ ਖਾਣਾ ਚੰਗੀ ਤਰ੍ਹਾਂ ਜਿਹੜਾ ਹੈਗਾ ਨਹੀਂ ਪਚਦਾ, ਨਹੀਂ ਹਜਮ ਹੁੰਦਾ। ਜੇ ਕੁਝ ਦੋਸਤੋ ਭੋਜਨ ਪਚ ਵੀ ਜਾਵੇ ਤਾਂ ਦੋਸਤੋ ਇਸ ਦੇ ਜਿਹੜੇ ਹੈਗੇ ਆ ਰਸ ਆਪਣੇ ਠਿਕਾਣੇ ਮਹਿਲਾਂ ਤੱਕ ਚੰਗੀ ਤਰ੍ਹਾਂ ਨਹੀਂ ਪਹੁੰਚਦੇ ਤੇ ਕਬਜ਼ ਹੋ ਜਾਂਦੀ ਹੈ, ਠੀਕ ਹੈ ਜੀ। ਤੇ ਸਿਰ ਹਮੇਸ਼ਾ ਦੋਸਤੋ ਥੱਕਿਆ ਰਹਿੰਦਾ ਹੈ, ਮਹਿਸੂਸ ਹੁੰਦਾ ਹੈ ਕਿ ਬਈ ਅਸੀਂ ਥੱਕੇ ਹੋਏ ਹਾਂ। ਮਨੁੱਖ ਗਰਮੀ ਮਹਿਸੂਸ ਕਰਦਾ ਹੈ, ਜਿਹੜਾ ਆਪਣਾ ਉਸਦਾ ਸਿਹਤ ਦੋਸਤੋ ਜਿਹੜਾ ਹੈਗਾ ਭਾਰਾ ਰਹਿੰਦਾ ਹੈ। ਹਾਂਜੀ, ਤੇ ਉਸ ਤੋਂ ਬਾਅਦ ਹੈ ਕਿ ਬਈ ਸਰੀਰ ਜਿਹੜਾ ਹੈਗਾ ਕਮਜ਼ੋਰ ਤੇ ਚਿਹਰਾ ਪੀਲਾ ਹੋ ਜਾਂਦਾ ਹੈ। ਸਰੀਰ ਵਿੱਚ ਦੋਸਤੋ ਗੰਦਾ ਮਾਦਾ ਬਾਹਰ ਘੱਟ ਨਿਕਲਦਾ ਹੈ, ਠੀਕ ਹੈ ਜੀ। ਤੇ ਆਪਣਾ ਡੀਹਾਈਡਰੋਜਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋੜਾਂ ਦਾ ਦੋਸਤੋ ਦਰਦ ਹੋ ਜਾਂਦਾ ਹੈ। ਗੁਰਦਿਆਂ ਵਿੱਚ ਦੋਸਤੋ ਪੱਥਰੀ ਬਣ ਜਾਂਦੀ ਹੈ, ਠੀਕ ਹੈ ਜੀ। ਤੇ ਅਗਲਾ ਇਸ ਦਾ ਪੁਆਇੰਟ ਹੈ ਆੜਾ ਪੁਆਇੰਟ, ਦੇਖੋ ਖਣਿਜ ਦੀ ਜਿਹੜੀ ਹੈਗੀ ਹੈ ਕਮੀ ਦੇ ਨੁਕਸਾਨ, ਤਾਂ ਦੋਸਤੋ ਕੈਲਸ਼ੀਅਮ ਦੀ ਘਾਟ ਕਾਰਨ ਦੋਸਤੋ ਜਿਹੜੀ ਹੈਗੀ ਹੱਡੀਆਂ ਤੇ ਦੰਦਾਂ ਕਮਜ਼ੋਰ ਹੋ ਜਾਂਦੀਆਂ ਹਨ। ਬੱਚਿਆਂ ਦੀਆਂ ਹੱਡੀਆਂ ਵਿੰਗੀਆਂ ਹੋ ਜਾਂਦੀਆਂ ਹਨ ਅਤੇ ਵਾਧਾ ਰੁਕ ਜਾਂਦਾ ਹੈ। ਸਰੀਰ ਵਿੱਚ ਜਿਹੜਾ ਹੈਗਾ ਰੋਗ ਜਲਦੀ ਲੱਗਦਾ ਹੈ, ਠੀਕ ਹੈ ਜੀ। ਲੋਹੇ ਦੀ ਕਮੀ ਨਾਲ ਦੋਸਤੋ ਚਮੜੀ ਦਾ ਰੰਗ ਪੀਲਾ ਜਿਹੜਾ ਹੈਗਾ ਪੈ ਜਾਂਦਾ ਹੈ ਤੇ ਆਇਓਡੀਨ ਦੀ ਕਮੀ ਨਾਲ ਦੋਸਤੋ ਜਿਹੜਾ ਹੈਗਾ ਗਰਦਨ ਦਾ ਗਿੱਲੜ ਰੋਗ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਕੀ ਹੈ ਵਿਟਾਮਿਨ ਦੀ ਕਮੀ ਦੇ ਨੁਕਸਾਨ, ਤਾਂ ਦੋਸਤੋ ਦੇਖੋ ਅਲੱਗ-ਅਲੱਗ ਵਿਟਾਮਿਨਸ ਦੀ ਕਮੀ ਨਾਲ ਦੋਸਤੋ ਸਰੀਰ ਵਿੱਚ ਅਲੱਗ-ਅਲੱਗ ਕਿਸਮ ਦੇ ਨੁਕਸਾਨ ਹੁੰਦੇ ਹਨ। ਇਸ ਤਰ੍ਹਾਂ ਹਨ ਜਿਵੇਂ ਕਿ ਵਿਟਾਮਿਨ ਏ ਦੀ ਕਮੀ ਨਾਲ ਦੋਸਤੋ ਕੰਮ ਕਰਨ ਅਧੀਰਤਾ ਹੋ ਜਾਂਦਾ ਹੈ, ਠੀਕ ਹੈ ਜੀ। ਚਮੜੀ ਖੁਸ਼ਕ ਹੋ ਜਾਂਦੀ ਹੈ, ਗਲਾ, ਨੱਕ, ਅੱਖਾਂ ਤੇ ਚਮੜੀਆਂ ਨੂੰ ਦੋਸਤੋ ਛੂਤ ਦੀ ਬਿਮਾਰੀ ਲੱਗ ਜਾਂਦੀ ਹੈ। ਉਸ ਤੋਂ ਬਾਅਦ ਦੋਸਤੋ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਦੋਸਤੋ ਵਾਧਾ ਰੁਕ ਜਾਂਦਾ ਹੈ, ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਦੂਸਰਾ ਪੁਆਇੰਟ ਦੋਸਤੋ ਕੀ ਹੈ ਵਿਟਾਮਿਨ ਬੀ, ਇਸ ਦੇ ਵਿਟਾਮਿਨ ਦੇ ਜਿਹੜੇ ਹੈਗੇ ਆ ਨੁਕਸਾਨ। ਤਾਂ ਦੋਸਤੋ ਦੇਖੋ ਵਿਟਾਮਿਨ ਬੀ ਦੇ ਨੁਕਸਾਨ ਕੀ ਹੋਣਗੇ, ਤਾਂ ਦੇਖੋ ਭੁੱਖ ਘੱਟ ਲੱਗਦੀ ਹੈ, ਠੀਕ ਹੈ ਜੀ। ਬੱਚਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਬੇਰੀ ਦਾ ਰੋਗ ਤੇ ਚਮੜੀ ਦਾ ਕਈ ਰੋਗ ਲੱਗ ਜਾਂਦੇ ਹੈ। ਜਿੱਤ ਤੇ ਜੀਭ ਤੇ ਦੋਸਤੋ ਛਾਲੇ ਪੈ ਜਾਂਦੇ ਹਨ। ਲਹੂ ਬਹਿਣਾ ਦੋਸਤੋ ਜਲਦੀ ਬੰਦ ਨਹੀਂ ਹੁੰਦਾ, ਠੀਕ ਹੈ। ਤੇ ਉਸ ਤੋਂ ਬਾਅਦ ਵਿਟਾਮਿਨ ਸੀ, ਇਸ ਦੇ ਦੋਸਤੋ ਵਿਟਾਮਿਨਸ ਦੇ ਘਾਟੇ ਦੇ ਨੁਕਸਾਨ ਇਹ ਹੈ ਕਿ ਇਸ ਘਾਟੇ ਨਾਲ ਦੋਸਤੋ ਜਿਹੜੀ ਹੈਗੀ ਆ ਦੰਦਾਂ ਤੇ ਪਿਓਰੀਆ ਦੀ ਜਿਹੜੀ ਹੈਗੀ ਰੋਗ ਲੱਗ ਜਾਂਦੇ ਹਨ। ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜ਼ਖਮ ਛੇਤੀ ਠੀਕ ਨਹੀਂ ਹੋ ਸਕਦੇ ਤੇ ਆਪਣਾ ਦੋਸਤੋ ਅਨੀਮੀਆ ਦੀ ਜਿਹੜੀ ਹੈਗੀ ਆ ਹੋ ਜਾਂਦੀ ਹੈ ਤੇ ਲਹੂ ਦੋਸਤੋ ਬਹਿੰਦਾ ਜਲਦੀ ਬੰਦ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਹੈ ਦੋਸਤੋ ਆਹ ਦੇਖ ਸਕਦੇ ਹੋ ਕਿ ਵਿਟਾਮਿਨ ਡੀ ਅਤੇ ਇਸ ਦੇ ਵਿਟਾਮਿਨ ਦੇ ਘਾਟੇ ਦੇ ਇਹ ਨੁਕਸਾਨ ਹਨ ਜਿਵੇਂ ਕਿ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਠੀਕ ਹੈ ਜੀ। ਤੇ ਆਪਣਾ ਰਿਕਟਸ ਰੋਗ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਦੋਸਤੋ ਦੰਦਾਂ ਠੀਕ ਸਮੇਂ 'ਤੇ ਨਹੀਂ ਨਿਕਲਦੀਆਂ। ਮਿਰਗੀ ਦੋਸਤੋ ਜਿਹੜੀ ਹੈਗੀ ਆ ਮਿਰਗੀ ਹਿਸਟਰੀਆਂ ਤੇ ਸੋਕਾ ਦੋਸਤੋ ਜਿਹੜੀ ਹੈਗੀਆਂ ਨੇ ਹੋ ਜਾਂਦਾ ਹੈ। ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਠੀਕ ਹੈ ਜੀ। ਵਿਟਾਮਿਨ ਜਿਹੜਾ ਹੈਗਾ ਈ ਦੀ, ਹੁਣ ਇਹ ਦੋਸਤੋ ਪੰਜਵਾਂ ਪੁਆਇੰਟ ਆਪਣਾ ਵਿਟਾਮਿਨ ਈ, ਇਸ ਦੇ ਵਿਟਾਮਿਨ ਦੇ ਘਾਟ ਦੇ ਕਾਰਨ ਤਾਂ ਦੋਸਤੋ ਇਸ ਤਰ੍ਹਾਂ ਹਨ। ਦੇਖੋ ਇਸ ਦੀ ਘਾਟ ਨਾਲ ਦੋਸਤੋ ਜਿਹੜੇ ਹੈਗੇ ਆ ਫੇੜੇ ਫਿੰਸੀਆਂ ਜਿਹੜੀਆਂ ਨਿਕਲਦੀਆਂ ਹਨ। ਇਸ ਦੀ ਕਮੀ ਨਾਲ ਦੋਸਤੋ ਜਿਹੜਾ ਹੈਗਾ ਆਪਣਾ ਬਾਲਪਨ ਦਾ ਜਿਹੜਾ ਹੈਗਾ ਕਾਰਨ ਵੀ ਬਣ ਜਾਂਦੀ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਆਪਣਾ ਵਿਟਾਮਿਨ ਦੇ ਇਸ ਵਿਟਾਮਿਨ ਦੇ ਦੋਸਤੋ ਘਾਟੇ ਦਾ ਨੁਕਸਾਨ ਇਸ ਤਰ੍ਹਾਂ ਹਨ। ਤਾਂ ਦੋਸਤੋ ਵਿਟਾਮਿਨ ਕੇ ਦੀ ਕਮੀ ਦਾ, ਛੇਵਾਂ ਪੁਆਇੰਟ ਹੈ ਆਪਣਾ ਕਿ ਵਿਟਾਮਿਨ ਕੇ ਦੇ ਕਮੀ ਦਾ ਕਾਰਨ ਦੋਸਤੋ ਕੀ ਹੈ, ਤਾਂ ਦੇਖੋ ਇਹਦੇ ਨੁਕਸਾਨ ਕੀ ਹਨ। ਇਸ ਦੇ ਘਾਟ ਨਾਲ ਦੋਸਤੋ ਲਹੂ ਜਮਣ ਦੀ ਕਿਰਿਆ ਵਿੱਚ, ਠੀਕ ਹੈ ਜੀ, ਵਿਘਨ ਪਾਉਂਦੀ ਹੈ। ਇਸ ਦੀ ਦੋਸਤੋ ਚਮੜੀ ਦਾ ਰੋਗ ਲੱਗ ਜਾਂਦੇ ਹਨ, ਚਮੜੀ ਦੇ ਰੋਗ ਲੱਗ ਜਾਂਦੇ ਹਨ, ਠੀਕ ਹੈ ਜੀ। ਹੁਣ ਅਗਲਾ ਪ੍ਰਸ਼ਨ ਕੀ ਆਪਣਾ ਕਿ ਇੱਕ ਆਮ ਖਿਡਾਰੀ ਲਈ ਦੋਸਤੋ ਉਚਿਤ ਜਿਹੜੀ ਹੈਗਾ ਖੁਰਾਕ ਦੀ ਮਾਤਰਾ ਦੱਸੋ। ਇੱਕ ਆਮ ਖਿਡਾਰੀ ਲਈ ਦੋਸਤੋ, ਠੀਕ ਹੈ ਜੀ, ਜਿਹੜਾ ਹੈਗਾ ਲਿਖਿਆ ਹੋਇਆ ਸੰਤੁਲਿਤ ਭੋਜਨ ਦਿੱਤਾ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਅਨਾਜ ਜਿਹੜੀ ਹੈਗੀ ਦਾਲ, ਦੁੱਧ, ਘਿਓ, ਖੰਡ, ਤਾਂ ਦੋਸਤੋ 3200 ਕੈਲਰੀ, ਦਾਲ ਵਿੱਚ 410 ਗ੍ਰਾਮ, ਠੀਕ ਹੈ ਜੀ। ਤੇ ਅਨਾਜ ਦੇ ਵਿੱਚ ਦੋਸਤੋ 3200 ਕੈਲਰੀ, ਦਾਲ ਵਿੱਚ ਦੋਸਤੋ 410 ਜਿਹੜੀ ਹੈਗੇ ਗ੍ਰਾਮ
ਤੇ ਦੁੱਧ ਦੋਸਤੋ ਜਿਹੜਾ ਹੈਗਾ 900 ਗ੍ਰਾਮ, ਘਿਓ 80 ਗ੍ਰਾਮ ਤੇ ਖੰਡ ਦੋਸਤੋ 80 ਗ੍ਰਾਮ। ठीक है जी। ਪੱਤੀਆਂ ਵਾਲੀਆਂ ਸਬਜ਼ੀਆਂ ਦੋਸਤੋ ਫਲ, ਮੀਟ, ਅੰਡਾ। ਤਾਂ ਦੋਸਤੋ ਇਹਦੇ ਵਿੱਚ ਸਾਨੂੰ 400 ਗ੍ਰਾਮ ਪੱਤੀਆਂ ਵਾਲੀ ਸਬਜ਼ੀ ਦੇ ਵਿੱਚ, ਫਲ ਦੇ ਵਿੱਚ ਦੋਸਤੋ 400 ਗ੍ਰਾਮ ਤੇ ਮੀਟ ਦੇ ਵਿੱਚੋਂ ਦੋਸਤੋ 300 ਗ੍ਰਾਮ ਤੇ ਅੰਡਾ ਦੋਸਤੋ ਇੱਥੇ ਇੱਕ ਲਿਖਿਆ ਹੋਇਆ ਕੁਛ। ਠੀਕ ਹੈ। ਤੇ ਉਸ ਤੋਂ ਬਾਅਦ ਦੋਸਤੋ ਆਹ ਤੁਸੀਂ ਖੁਦ ਕਨਫਰਮ ਕਰ ਲੈਣਾ ਵਾ ਕਿ ਅੰਡੇ ਦੇ ਵਿੱਚ ਕਿੰਨਾ, ਇੱਥੇ ਇੱਕ ਇਹਨਾਂ ਨੇ ਪਾਇਆ ਹੋਇਆ ਵਾ। ਹੁਣ ਇਹ ਦੋਸਤੋ ਸ਼ੇਅਰ ਤੁਸੀਂ ਖੁਦ ਕਰ ਲੈਣਾ ਵਾ ਕੀ ਹੈ ਇੱਥੇ। ਤੇ ਦੋਸਤੋ ਹੇਠਾਂ ਲਿਖੇ ਵਿਟਾਮਿਨ ਦੇ ਪ੍ਰਾਪਤੀ ਦੇ ਜਿਹੜੇ ਹੈਗੇ ਸੋਮੇ ਅਤੇ ਲਾਭ ਦੱਸੋ। ਤਾਂ ਦੋਸਤੋ ਵਿਟਾਮਿਨ A B C D E K। ਤਾਂ ਦੋਸਤੋ ਵਿਟਾਮਿਨ A ਦੇ ਪ੍ਰਾਪਤੀ ਦੇ ਜਿਹੜੇ ਹੈਗੇ ਆ ਸੋਮੇ ਜਿਹੜੇ ਹੈਗੇ ਆ ਉਹ ਤਾਜ਼ੇ ਫਲਾਂ ਅਤੇ ਸਬਜ਼ੀਆਂ ਜਿਵੇਂ ਕਿ ਸੰਤਰਾ, ਅਨਾਨਾਸ, ਅੰਬਾਂ, ਕੇਲਾ ਅਤੇ ਪਪੀਤਾ ਅਤੇ ਦੋਸਤੋ ਪਾਲਕ, ਮੇਥੀ, ਪੁਦੀਨਾ ਅਤੇ ਮੂਲੀ ਅਤੇ ਪੱਤੇ, ਗਾਜਰ, ਬੰਦ ਗੋਭੀ, ਹਰੀ ਮਿਰਚਾਂ, ਟਮਾਟਰ, ਪੇਠਾ ਅਤੇ ਆਪਣਾ ਦੋਸਤੋ ਇਹ ਕੀ ਲਿਖਿਆ, ਹਾਂਜੀ ਚਲਾਈ ਜਿਹੜਾ ਲਿਖਿਆ ਹੋਇਆ ਵਾ ਦੁੱਧ, ਦਹੀਂ ਦੋਸਤੋ। ਠੀਕ ਹੈ ਜੀ। ਅਤੇ ਆਪਣਾ ਮੱਖਣ, ਪਨੀਰ, ਆਂਡਾ, ਮੱਛੀ ਅਤੇ ਕਲੇਜੀ ਤੋਂ ਮਿਲਦਾ ਹੈ। ਇਹ ਸਭ ਚੀਜ਼ਾਂ ਤਾਜ਼ੀਆਂ ਖਾਣੀਆਂ ਚਾਹੀਦੀਆਂ ਹਨ, ਨਾ ਤਾਂ ਬਹੁਤ ਦੇਰ ਦੀਆਂ ਜਾਂ ਫਿਰ ਬਹੁਤ ਪਕਾਉਣ ਨਾਲ ਇਸ ਦੀ ਜਿਹੜੀ ਹੈਗੀ ਵਿਟਾਮਿਨ ਨਸ਼ਟ ਹੋ ਜਾਂਦਾ ਹੈ। ਵਿਟਾਮਿਨ B ਦੇ ਪ੍ਰਾਪਤੀ ਦੇ ਸੋਮੇ ਕਿਹੜੇ ਹਨ। ਤਾਂ ਦੋਸਤੋ ਇਹ ਸਾਰੇ ਅਨਾਜ, ਛਿਲਕਿਆਂ ਵਾਲੀਆਂ ਦਾਲਾਂ ਅਤੇ ਆਪਣੇ ਦੋਸਤੋ ਅਣਛਾਣੇ ਆਟੇ, ਜਵਾਰ, ਹੱਥਾਂ ਨਾਲ ਦੋਸਤੋ ਕੁੱਟੇ ਚਾਵਲ, ਸੋਇਆਬੀਨ, ਆਂਡੇ, ਮੀਟ, ਦੁੱਧ, ਦਹੀਂ, ਮੱਖਣ, ਪਨੀਰ, ਬੰਦ ਗੋਭੀ, ਪਿਆਜ਼, ਪਾਲਕ, ਟਮਾਟਰ, ਸ਼ਲਗਮ, ਸਲਾਦ ਵਿੱਚ ਮਿਲਦਾ ਹੈ। ਉਸ ਤੋਂ ਬਾਅਦ ਹੈ ਦੋਸਤੋ ਵਿਟਾਮਿਨ C। ਤਾਂ ਦੋਸਤੋ ਵਿਟਾਮਿਨ C ਦੇ ਪ੍ਰਾਪਤੀ ਦੇ ਸੋਮੇ ਕਿਹੜੇ ਹਨ। ਆਮ ਕਰਕੇ ਦੋਸਤੋ ਇਹ ਜਿਹੜੇ ਹੈਗੇ ਆ ਖੱਟੇ ਰਸਦਾਰ ਫਲਾਂ ਵਿੱਚ ਜਿਹੜਾ ਹੈਗਾ ਮਿਲਦਾ ਹੈ। ਨਿੰਬੂ, ਸੰਤਰਾ, ਅਨਾਨਾਸ ਅਤੇ ਅਮਰੂਦ ਅਤੇ ਮਾਲਟਾ, ਮੌਸੰਮੀ, ਅੰਬ, ਸੇਬ ਅਤੇ ਦੋਸਤੋ ਆਪਣਾ ਕੇਲਾ ਵੀ। ਅਤੇ ਉਸ ਤੋਂ ਬਾਅਦ ਦੋਸਤੋ L ਵੀ ਲਿਖਿਆ ਹੋਇਆ ਬੰਦ ਗੋਭੀ, ਗਾਜਰ, ਹਰੀ ਮਿਰਚ, ਪਾਲਕ, ਟਮਾਟਰ, ਕਰੇਲੇ, ਭਿੰਡੀ, ਮੂਲੀ ਦੇ ਪੱਤੇ। ਠੀਕ ਹੈ ਜੀ। ਅਤੇ ਆਪਣੀ ਹਰੀ ਧਨੀਆ, ਚਲਾਈ, ਬੈਂਗਣ ਵਿੱਚ ਹੁੰਦਾ ਹੈ। ਪਰ ਦੋਸਤੋ ਜੇ ਅਨਾਜ ਜਿਹੜਾ ਹੈਗਾ ਭੰਗਰੂ ਕੱਢ ਲਏ ਤਾਂ ਜਾਨ ਤਦ ਇਹ ਵੀ ਆ ਸਕਦੀ ਹੈ। ਠੀਕ ਹੈ ਜੀ। ਤਾਂ ਦੋਸਤੋ ਉਸ ਤੋਂ ਬਾਅਦ ਹੈ ਆਪਣਾ ਵਿਟਾਮਿਨ D। ਤਾਂ ਪ੍ਰਾਪਤੀ ਦੇ ਦੋਸਤੋ ਸੋਮੇ ਕਿਹੜੇ ਹਨ। ਤਾਂ ਵਿਟਾਮਿਨ D ਦੇ ਤਾਂ ਦੁੱਧ, ਅੰਡੇ ਦੀ ਜਿਹੜੀ ਹੈਗੀ ਹੈ ਜਰਦੀ, ਤਾਂ ਦੋਸਤੋ ਮੱਛੀ ਦਾ ਤੇਲ, ਘਿਓ, ਕਲੇਜੀ, ਕਣਕ ਵਿੱਚ ਇਹ ਮਿਲਦੀ ਹੈ। ਇਹ ਦੋਸਤੋ ਨੰਗੇ ਸਰੀਰ ਉੱਤੇ ਸੂਰਜ ਦੀਆਂ ਕਿਰਨਾਂ ਪੈਣ ਨਾਲ ਵੀ ਸਰੀਰ ਵਿੱਚ ਦਾਖਲ ਹੋ ਕੇ ਮਿਲਦੀ ਹੈ ਵਿਟਾਮਿਨ D ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ। ਵਿਟਾਮਿਨ E ਦੋਸਤੋ ਜਿਹੜੀ ਹੈਗੀ ਆ ਪ੍ਰਾਪਤੀ ਦੇ ਸੋਮੇ ਕਿਹੜੇ ਹਨ। ਦੁੱਧ, ਘਿਓ, ਕਣਕ, ਮੱਕੀ, ਮਟਰ, ਅੰਡਾ ਵਿੱਚੋਂ ਮਿਲਦਾ ਹੈ। ਵਿਟਾਮਿਨ K ਦੋਸਤੋ ਪ੍ਰਾਪਤੀ ਦੇ ਸੋਮੇ ਕਿਹੜੇ ਹਨ। ਮੱਛੀ, ਟਮਾਟਰ, ਬੰਦ ਗੋਭੀ, ਪਾਲਕ ਅਤੇ ਸਾਰਾ ਦੋਸਤੋ ਹੈਗਾ ਜਿਹੜਾ ਸਾਗ ਵਿੱਚ ਇਹ ਜ਼ਿਆਦਾ ਪਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਦੋਸਤੋ ਤੁਹਾਡਾ ਹੈਗਾ, ਦੇਖੋ ਕਿ ਫੋਕਟ ਸਾਡੇ ਸਰੀਰ ਲਈ ਜਿਹੜੇ ਹੈਗੇ ਆ ਬੜੇ ਹੀ ਲਾਭਦਾਇਕ ਹੁੰਦੇ ਹਨ। ਕਿਵੇਂ। ਤਾਂ ਅਸੀਂ ਸਰੀਰ ਵਿੱਚ ਦੋਸਤੋ ਵਾਧੇ ਦੇ ਸ਼ਕਤੀ ਲਈ ਸੰਤੁਲਿਤ ਭੋਜਨ ਖਾਂਦੇ ਹਾਂ, ਜਿਸ ਵਿੱਚ ਦੋਸਤੋ ਸਾਨੂੰ ਭੋਜਨ ਦੇ ਸਾਰੇ ਤੱਤ ਠੀਕ ਮਾਤਰਾ ਵਿੱਚ ਚਾਹੀਦੇ ਹਨ, ਜਿਵੇਂ ਹੀ ਕਿ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਦੋਸਤੋ ਆਪਣਾ ਬਿੰਦਿਆਈ ਖਣਿਜ, ਲੂਣ, ਪਾਣੀ ਅਤੇ ਵਿਟਾਮਿਨਸ। ਪਰ ਜੇ ਇਹ ਸਾਰੇ ਤੱਤ ਸਾਨੂੰ ਨਿਰੋਲ ਹੀ ਲਏ ਜਾਣ ਤਾਂ ਦੋਸਤੋ ਇਹਨਾਂ ਦਾ ਜਿਹੜਾ ਹੈਗਾ ਫਾਇਦਾ ਨਹੀਂ ਹੁੰਦਾ। ਠੀਕ ਹੈ ਜੀ, ਨਹੀਂ ਹੋ ਸਕਦਾ। ਅਤੇ ਸਰੀਰ ਵਿੱਚ ਜਿਸ ਦੀ ਗੰਦਗੀ ਨੇ ਬਾਹਰ ਨਿਕਲਣਾ ਹੈ ਉਹ ਵੀ ਦੋਸਤੋ ਨਹੀਂ ਨਿਕਲ ਸਕਦੀ। ਸੇਦੇ ਅਤੇ ਅੰਤੜੀਆਂ ਦੀਆਂ ਦੋਸਤੋ ਅੰਦਰਲੀਆਂ ਜਿਹੜੀਆਂ ਹੈਗੀਆਂ ਨੇ, ਠੀਕ ਹੈ ਜੀ, ਆਪਣੀ ਦੋਸਤੋ ਲੀਲੀਆਂ ਦੇ ਨਾਲ ਦੋਸਤੋ ਜਿਹੜੀ ਹੈਗੀ ਜੰਮ ਜਾਂਦੀ ਹੈ। ਅਤੇ ਉਸ ਤੋਂ ਬਾਅਦ ਦੋਸਤੋ ਇਸ ਲਈ ਇਹਨਾਂ ਸਾਰੇ ਤੱਤਾਂ ਨੂੰ ਦੋਸਤੋ ਜਾਂ ਇਕੱਲੇ ਜਾਂ ਫਿਰ ਨਿਰੋਲ ਕਿਸਮ ਨਹੀਂ ਕਿਹਾ ਜਾ ਸਕਦਾ। ਕੱਚੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਸ਼ਲਗਮ, ਗਾਜਰ, ਟਮਾਟਰ, ਖੀਰਾ ਆਦਿ ਦੇ ਜਿਹੜੇ ਹੈਗੇ ਆ ਆਪਣੇ ਛਿੱਲੜ ਵਾਲੇ ਦੋਸਤੋ ਸੁੱਟਣੇ ਨਹੀਂ ਚਾਹੀਦੇ ਹਨ, ਉਹਨਾਂ ਨੂੰ ਖਾਧਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੋਸਤੋ ਜਿਹੜੇ ਹੈਗੇ ਆਪਣੇ ਛਿੱਲੜ ਵਾਲੇ ਅਨਾਜ ਜਿਵੇਂ ਕਿ ਕਣਕ ਅਤੇ ਛੋਲਿਆਂ ਦੇ ਜਿਹੜੇ ਹੈਗੇ ਛਿਲਕੇ ਵੀ ਸੁੱਟਣੇ ਨਹੀਂ ਚਾਹੀਦੇ ਹਨ। ਇਹ ਛਿੱਲੜੇ ਸਿਹਤ ਦੇ ਦੋਸਤੋ ਅੰਤੜੀਆਂ ਵਿੱਚ ਜਾ ਕੇ ਸਫਾਈ ਵਾਲੇ ਜਿਹੜੇ ਹੈਗੇ ਆ ਬੁਰਸ਼ ਦੀ ਤਰ੍ਹਾਂ ਕੰਮ ਕਰ ਦਿੰਦੇ ਹਨ, ਜੋ ਸਾਰੀ ਗੰਦਗੀ ਦੋਸਤੋ ਬਾਹਰ ਕੱਢ ਦਿੰਦੇ ਹਨ। ਜਿਵੇਂ ਸਿੱਟੇ ਵਜੋਂ ਦੋਸਤੋ ਸਰੀਰ ਤਾਜ਼ਾ ਦਮ ਰਹਿੰਦਾ ਹੈ। ਇਸ ਲਈ ਦੋਸਤੋ ਖਾਣ ਵਾਲੀਆਂ ਚੀਜ਼ਾਂ ਨਾਲ ਦੋਸਤੋ ਜਿਹੜੇ ਹੈਗੇ ਆ ਰੇਸ਼ੇ ਹੋਣੇ ਬਹੁਤ ਹੀ ਜ਼ਰੂਰੀ ਹਨ। ਠੀਕ ਹੈ ਜੀ। ਤਾਂ ਇੱਥੇ ਹੀ ਦੋਸਤੋ ਇਹ ਤੁਹਾਡੇ ਚੈਪਟਰ ਸਮਾਪਤ ਹੁੰਦੇ ਹਨ, ਜੋ ਕਿ ਫਿਜ਼ੀਕਲ ਐਜੂਕੇਸ਼ਨ ਦਾ ਤੁਹਾਡਾ ਪੇਪਰ ਸੀਗਾ। ਠੀਕ ਹੈ ਜੀ। ਤੁਹਾਡੇ ਕਲਾਸ 10ਵੀਂ ਵਾਲਿਆਂ ਦਾ। ਅਤੇ ਟੋਟਲ ਦੋਸਤੋ ਤੁਹਾਨੂੰ 4 ਚੈਪਟਰ ਨੇ, ਆਪਾਂ 2 ਚੈਪਟਰ ਕਵਰ ਕਰ ਲਏ ਆ, ਕਿਉਂਕਿ ਦੋਸਤੋ ਸਤੰਬਰ ਐਗਜ਼ਾਮ ਦੇ ਲਈ 2 ਹੀ ਚੈਪਟਰ ਬਣਦੇ ਆ। ਬਾਕੀ ਅਗਰ ਤੁਹਾਡੇ ਸਕੂਲ ਵਾਲਿਆਂ ਨੇ ਕਿਹਾ ਵਾ ਕਿ 3 ਚੈਪਟਰ ਲਈ, ਤਾਂ ਦੋਸਤੋ ਤੁਸੀਂ ਤੀਸਰਾ ਚੈਪਟਰ ਵੀ ਕਰ ਸਕਦੇ ਹੋ। ਠੀਕ ਹੈ ਜੀ। ਬਾਕੀ ਦੋਸਤੋ ਸਤੰਬਰ ਸਿਲੇਬਸ ਦੇ ਅਕੋਰਡਿੰਗ ਦੇਖਿਆ ਜਾਏ ਤਾਂ 2 ਹੀ ਸਿਲੇਬਸ ਬਣ ਰਿਹਾ। ਬਾਕੀ ਅਗਰ ਤੁਹਾਡੇ ਸਕੂਲ ਵਾਲਿਆਂ ਨੇ ਕਰਾਇਆ ਤਾਂ ਉਹ ਵੱਖਰੀ ਗੱਲ ਆ। ਠੀਕ ਹੈ ਜੀ। ਫਿਰ ਦੋਸਤੋ ਤਾਂ ਤੁਸੀਂ ਆਪਣੇ ਟੀਚਰ ਨਾਲ ਪੁੱਛ ਲੈਣਾ ਵਾ ਕਿ ਤੁਸੀਂ ਕਿੰਨੇ ਚੈਪਟਰਾਂ ਦੇ ਵਿੱਚੋਂ ਪਾਇਆ ਵਾ ਪੇਪਰ। ਠੀਕ ਹੈ ਜੀ। ਤਾਂ ਦੋਸਤੋ ਆਹ ਸੀਗਾ ਤੁਹਾਡੇ ਸਰੀਰਕ ਸਿੱਖਿਆ ਦਾ ਪੇਪਰ। ਠੀਕ ਹੈ ਜੀ, ਜੋ ਕਿ ਕੱਲ੍ਹ ਦੇ ਐਗਜ਼ਾਮ ਦੇ ਲਈ ਇੰਪੋਰਟੈਂਟ ਆ। ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਚੈਨਲ 'ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰ ਲਿਓ। ਬਾਕੀ ਤੁਹਾਡੀ ਅਗਰ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ। ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ, ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਵਾ।